ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਦ ਭਾਰ ਛੰਦ ਤਵ ਪ੍ਰਸਾਦ, ਮਨ ਮਨ ਪ੍ਰਣਾਮ। ਗੁਣ ਗਨ ਮੁਦਾਮ, ਅਰ ਬਰ ਅਗੰਜ। ਹਰ ਨਰ ਪਰਭੰਜ, ਅਨਗਨ ਪ੍ਰਣਾਮ। ਮਨ ਮਨ ਸਲਾਮ, ਹਰ ਨਰ ਅਖੰਡ। ਬਰ ਨਰ ਅਮੰਡ, ਅਨਭਵ ਅਨਾਸ। ਮਨ ਮਨ ਪ੍ਰਕਾਸ਼, ਗੁਣ ਗਨ ਪ੍ਰਣਾਮ। ਜਲ ਥਲ ਮੁਦਾਮ, ਅਨਛਿਜ ਅੰਗ। ਆਸਨ ਅਭੰਗ, ਉਪਮਾ ਅਪਾਰ। ਗਤ ਮਿਤ ਉਦਾਰ, ਜਲ ਥਲ ਅਮੰਡ। ਦਿਸ ਵਿਸ ਅਭੰਡ, ਜਲ ਥਲ ਮਹੰਤ। ਦਿਸ ਵਿਸ ਬੇਅੰਤ, ਜਲ ਥਲ ਅਮੰਡ। ਦਿਸ ਵਿਸ ਅਭੰਡ, ਜਲ ਥਲ ਮਹੰਤ। ਦਿਸ ਵਿਸ ਬੇਅੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਛਤਰ ਚਵਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਜੀਵਨ ਸਫਲ ਕਰ ਰਹੇ ਹੋ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਬਾਣੀ ਜਾਪ ਸਾਹਿਬ, ਜੋ ਕਿ ਪਿਛਲੇ ਦਿਨੀ ਇਹਦੀ ਵਿਚਾਰ ਆਪ ਜੀ ਸਰਵਣ ਕਰਦੇ ਰਹੇ ਹੋ। ਅੱਜ 161 ਤੋਂ ਲੈ ਕੇ 65 ਤੱਕ 5 ਸ਼ੰਤ ਆਪ ਜੀ ਨੇ ਸਰਵਣ ਕੀਤੇ ਨੇ। ਆਓ ਸਤਿਗੁਰਾਂ ਦੇ ਇਹਨਾਂ ਪਾਵਨ ਬਚਨਾਂ ਨੂੰ ਵਿਚਾਰਨ ਦਾ ਯਤਨ ਕਰੀਏ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਛੰਦ ਅੰਦਰ ਜਿਸ ਦਾ ਨਾਮ ਦਿੱਤਾ ਹੈ ਮਦ ਭਾਰ। ਮਦ ਦਾ ਅਰਥ ਹੈ ਵਿਚਕਾਰ, ਭਾਰ ਦਾ ਅਰਥ ਹੈ ਤੋਲ। ਇਸ ਛੰਦ ਨੂੰ ਪੜ੍ਹਨ ਨਾਲ ਮਨੁੱਖੀ ਜੀਵਨ ਦੇ ਭਾਰ ਜਿਹੜਾ ਹੈ, ਇਹਦਾ ਸੰਤੁਲਨ ਜਿਹੜਾ ਹੈ ਉਹ ਮਦ ਵਿੱਚ ਆ ਜਾਂਦਾ ਹੈ। ਮਦ ਦਾ ਭਾਵ ਇੱਕ ਪਾਸੇ ਸੰਸਾਰ, ਇੱਕ ਪਾਸੇ ਪਰਮਾਤਮਾ,
ਦੋਵਾਂ ਨਾਲ ਸਾਡੀ ਸਾਂਝ ਹੈ। ਸਰੀਰ ਜਿਹੜਾ ਹੈ ਉਹ ਸੰਸਾਰ ਕਰਕੇ ਤੁਰ ਰਿਹਾ ਹੈ, ਪਰ ਸਰੀਰ ਨੂੰ ਜਿਹੜੀ ਚਲਾਉਣ ਵਾਲੀ ਸੱਤਾ ਹੈ, ਆਤਮਾ ਹੈ, ਜੋ ਜਿੰਦ ਹੈ, ਜੋਤ ਜਿਸ ਨੂੰ ਕਿਹਾ, ਉਹ ਅਕਾਲ ਪੁਰਖ ਦੇ ਚਰਨਾਂ ਨਾਲ ਜੁੜੀ ਹੋਈ ਹੈ। ਇਸ ਕਰਕੇ ਗੁਰੂ ਸਾਹਿਬ ਨੇ ਜਿਹੜਾ ਮਧ ਸ਼ਬਦ ਕਿਹਾ, ਭਾਵੇਂ ਇਹਦੇ ਅਰਥ ਮਧੂ ਵੀ ਬਣਦੇ ਨੇ, ਸ਼ਹਿਦ ਵੀ ਬਣਦੇ ਨੇ, ਪਰ ਮਧ ਭਾਰ ਸ਼ਬਦ ਇਸ ਚੀਜ਼ ਦਾ ਲਖਾਇਕ ਹੈ ਕਿ ਵਿਚਕਾਰ। ਜਿਵੇਂ ਕਿਸੇ ਚੀਜ਼ ਨੂੰ ਤੋਲਿਆ ਜਾਂਦਾ ਹੈ ਤੇ ਪੂਰਾ ਤੋਲ, ਸਹੀ ਤੋਲ ਉਸ ਨੂੰ ਕਹੀਦਾ ਜਦੋਂ ਉਸ ਕੰਡੇ ਦੀ ਸੂਈ ਬਿਲਕੁਲ ਵਿਚਕਾਰ ਆ ਜਾਏ, ਉਦੋਂ ਕਹਿੰਦੇ ਆ ਤੋਲ ਠੀਕ ਹੈ। ਜੇ ਉਸ ਸੂਈ ਦਾ ਤੋਲ ਥੋੜਾ ਜਿਹਾ ਇੱਧਰ ਜਾਂ ਉੱਧਰ ਝੁਕ ਗਿਆ ਤੇ ਆਪਾਂ ਕਵਾਂਗੇ ਸੌਦਾ ਠੀਕ ਨਹੀਂ ਤੋਲਿਆ ਗਿਆ। ਇਹਦੇ ਵਿੱਚ ਤੋਲਣ ਵਿੱਚ ਫਰਕ ਹੈ। ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਅੰਦਰ ਮਨੁੱਖ ਨੂੰ ਜੀਵਨ ਦੀ ਸੂਈ, ਜੀਵਨ ਦਾ ਕੰਡਾ, ਇਸ ਤਕੜੀ ਨੂੰ ਤੋਲਣ ਦਾ ਉਪਦੇਸ਼ ਦਿੱਤਾ ਹੈ ਕਿ ਜ਼ਿੰਦਗੀ ਨੂੰ ਠੀਕ ਢੰਗ ਦੇ ਨਾਲ ਤੋਲ ਲੈ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ। ਤੇਰੀ ਜ਼ਿੰਦਗੀ ਜਿਹੜੀ ਹੈ ਠੀਕ ਥਾਂ ਤੇ ਰਵੇ, ਯਾਨੀ ਕਿ ਇੰਨੀ ਵੀ ਨਾ ਉਹ ਸੰਸਾਰ ਵੱਲ ਝੁਕ ਜਾਏ ਕਿ ਰੱਬ ਤੋਂ ਬੜੀ ਦੂਰ ਚਲੀ ਜਾਏ, ਗੁਰੂ ਤੋਂ ਬਹੁਤ ਹੀ ਦੂਰ ਚਲੀ ਜਾਏ ਵੀ ਠੀਕ ਨਹੀਂ। ਜੇ ਕੰਡਾ ਸੰਸਾਰ ਵੱਲ ਝੁਕ ਗਿਆ ਤਾਂ ਤੋਲ ਗਲਤ ਹੋ ਜਾਏਗਾ, ਫਿਰ ਠੀਕ ਨਹੀਂ ਤੁਲੇਗਾ। ਔਰ ਇਹਦੇ ਇਸ਼ਾਰੇ ਕੀਤੇ ਨੇ ਗੁਰਬਾਣੀ ਵਿੱਚ। ਤੁਸੀਂ ਜਾਪ ਸਾਹਿਬ ਦੀ ਇੱਕ ਪੌੜੀ ਪੜ੍ਹੋ, ਜਪਜੀ ਸਾਹਿਬ ਦੀ ਇੱਕ ਪੌੜੀ ਪੜ੍ਹੋਗੇ, ਗੁਰੂ ਨਾਨਕ ਸਾਹਿਬ ਕਹਿੰਦੇ, ਉਹਦੇ ਵਿੱਚ ਇੱਕ ਸ਼ਬਦ ਆਉਂਦਾ ਅਮੁੱਲ ਦੀ ਪੌੜੀ, ਬਹੁਤ ਲੰਮੀ, ਮੈਂ ਵਿੱਚੋਂ ਸਿਰਫ ਇੱਕੋ ਅਰਥ ਲਵਾਂ। ਹਜ਼ੂਰ ਕਹਿੰਦੇ ਨੇ ਅਮੁੱਲ ਤੁਲ, ਅਮੁੱਲ ਪ੍ਰਵਾਨ। ਤੁਲ ਦਾ ਅਰਥ ਹੈ ਤੋਲਣਾ। ਜਦੋਂ ਕਿਸੇ ਚੀਜ਼ ਨੂੰ ਤੋਲਿਆ ਜਾਂਦਾ, ਜੋ ਠੀਕ ਢੰਗ ਨਾਲ ਤੋਲੀ ਜਾਏ ਤੇ ਆਪਾਂ ਕਹਿੰਦੇ ਆ ਪ੍ਰਵਾਨ ਹੋ ਗਈ, ਯਾਨੀ ਕਿ ਠੀਕ ਹੈ। ਜੇ ਉਹਦੇ ਵਿੱਚ ਕਮੀ ਰਹਿ ਗਈ ਤੇ ਇਹ ਪ੍ਰਵਾਨ ਗਲਤ ਹੈ। ਅਮੁੱਲ ਤੁਲ, ਤੁਲ ਦਾ ਅਰਥ ਹੈ ਕੰਡਾ। ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਜਿਹੜਾ ਕੰਡਾ ਹੈ, ਜਿਹੜੀ ਤਕੜੀ, ਉਹ ਬੜੀ ਅਮੁੱਲ ਹੈ। ਜਿਹੜੇ ਗੁਰਮੁਖ ਜਨ, ਜਿਹੜੇ ਗੁਰਮੁਖ ਪਿਆਰੇ ਆਪਣੇ ਜੀਵਨ ਨੂੰ ਗੁਰੂ ਦੀ ਤਕੜੀ ਤੇ ਰੱਖ ਕੇ ਤੋਲਦੇ ਨੇ, ਜਦੋਂ ਉਹ ਠੀਕ ਢੰਗ ਦੇ ਨਾਲ ਮੱਧ ਵਿੱਚ ਆ ਜਾਂਦੀ ਹੈ, ਵਿਚਕਾਰ ਆ ਜਾਂਦੀ ਹੈ, ਨਾ ਸੰਸਾਰ ਨਾਲ ਬਹੁਤੀ ਫਸੀ ਰਹਿੰਦੀ ਹੈ ਤੇ ਨਾ ਬਹੁਤੀ ਯੋਗ ਵਿੱਚ ਇੰਨੀ ਫਸ ਜਾਂਦੀ ਵੀ ਸੰਸਾਰ ਤੋਂ ਦੂਰ ਚਲੇ ਗਏ, ਇਹ ਵੀ ਨਹੀਂ ਹੈ। ਗੁਰੂ ਸਾਹਿਬ ਨੇ ਵਿਚਕਾਰ ਰੱਖਿਆ ਸਾਨੂੰ। ਇੰਨਾ ਵੀ ਨਾ ਸੰਸਾਰ ਤੋਂ ਦੂਰ ਚਲਾ ਜਾ ਬਈ ਤੂੰ ਖਾਣਾ ਪੀਣਾ ਹੀ ਛੱਡ ਦੇ, ਤੂੰ ਵੇਖਣਾ ਹੀ ਛੱਡ ਦੇ, ਤੂੰ ਵਸਤਰ ਪਹਿਨਣੇ ਹੀ ਛੱਡ ਦੇਵੇਂ, ਤੂੰ ਘਰ ਦੀ ਚਿੰਤਾ ਹੀ ਨਾ ਕਰੇ, ਇੰਨਾ ਵੀ ਨਾ ਦੂਰ ਜਾ। ਇਹ ਵੀ ਗਲਤੀ ਹੈ, ਕਿਉਂਕਿ ਸੰਸਾਰ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ ਹੈ, ਸਿਰਜਣਾ ਕੀਤੀ ਹੈ ਇਸ ਦੀ, ਤੇ ਇਹਦੇ ਵਿੱਚ ਰਹਿ ਕੇ ਕੰਮ ਕਰਨ ਦਾ ਉਪਦੇਸ਼ ਦਿੱਤਾ ਹੈ। ਉਹ ਆਪ ਸਿਰਜਣਹਾਰ ਹੈ ਤੇ ਜਦੋਂ ਉਹਨੇ ਸੰਸਾਰ ਬਣਾਇਆ, ਫਿਰ ਉਹਦੇ ਸੰਸਾਰ ਨੂੰ ਠੀਕ ਰੱਖਣ ਵਾਸਤੇ ਸਾਨੂੰ ਉਹਦੇ ਨਾਲ ਸਹਿਯੋਗ ਕਰਨਾ ਚਾਹੀਦਾ। ਇਹ ਇੱਕ ਸੇਵਾ ਹੈ, ਸੰਸਾਰ ਨੂੰ ਠੀਕ ਰੱਖਣਾ। ਇਸ ਕਰਕੇ ਜਦੋਂ ਅਸੀਂ ਸੰਸਾਰ ਦੇ ਵਿੱਚ ਰਹਿੰਦੇ ਹੋਏ ਸੰਸਾਰੀ ਤੌਰ ਤੇ ਸਮਾਜ ਵਾਸਤੇ, ਪਰਿਵਾਰ ਵਾਸਤੇ, ਦੇਸ਼ ਵਾਸਤੇ, ਲੋਕਾਂ ਵਾਸਤੇ ਠੀਕ ਕੰਮ ਨਹੀਂ ਕਰਦੇ, ਠੀਕ ਰਾਹ ਤੇ ਨਹੀਂ ਤੁਰਦੇ, ਖੁਸ਼ ਲੈਂਦਾ ਵਸਤ ਪਰਾਈ, ਵੇਖੈ ਸੁਣੈ ਤੇਰੇ ਨਾਲ ਖੁਦਾਈ। ਜਦੋਂ ਅਸੀਂ ਦੂਜਿਆਂ ਦਾ ਖੋ ਕੇ ਆਪਣੇ ਕੋਲ ਲਿਆਉਂਦੇ ਹਾਂ, ਜਾਂ ਜਿਸ ਥਾਂ ਤੇ ਅਸੀਂ ਰਹਿੰਦੇ ਹਾਂ ਸਿਰਫ ਆਪਣੇ ਵਾਸਤੇ ਜਿਉਂਦੇ ਹਾਂ, ਲੋਕਾਂ ਵਾਸਤੇ ਨਹੀਂ, ਤਾਂ ਫਿਰ ਅਸੀਂ ਇਉਂ ਕਹੋ ਵੀ ਅਕਾਲ ਪੁਰਖ ਦੇ ਕੰਮ ਦੇ ਵਿੱਚ ਰੁਕਾਵਟ ਬਣ ਗਏ, ਕਿਉਂਕਿ ਉਹਨੇ ਇੱਕ ਚੰਗਾ ਸੰਸਾਰ ਬਣਾਉਣਾ ਹੈ, ਚੰਗੀ ਦੁਨੀਆ ਬਣਾਉਣੀ ਹੈ। ਇਸ ਕਰਕੇ ਸੇਵਾ ਕਿਸ ਨੂੰ ਕਹਿੰਦੇ ਨੇ? ਸੇਵਾ ਦੇ ਅਰਥ ਕੀ ਨੇ? ਸੇਵਾ ਦਾ ਅਰਥ ਹੈ ਇਸ ਦੁਨੀਆ ਨੂੰ, ਇਸ ਧਰਤੀ ਨੂੰ, ਇਸ ਦੇਸ਼ ਨੂੰ, ਇਸ ਸਮਾਜ ਨੂੰ ਸੁੰਦਰ ਬਣਾਉਣ ਵਾਸਤੇ ਯਤਨਸ਼ੀਲ ਹੋਣਾ, ਕਰਮਸ਼ੀਲ ਹੋਣਾ, ਕੰਮ ਕਰਨਾ। ਇਹ ਇੱਕ ਹਿੱਸਾ ਜ਼ਿੰਦਗੀ ਦਾ। ਸੰਸਾਰ ਵਾਸਤੇ ਕੰਮ ਕਰਨਾ, ਇਹਨੂੰ ਸੇਵਾ ਕਿਹਾ ਗਿਆ। ਸੰਸਾਰ ਵਾਸਤੇ ਸੋਚਣਾ,
ਸੰਸਾਰ ਨੂੰ ਸੁੰਦਰ ਬਣਾਉਣਾ, ਲੋਕਾਂ ਦੀ ਸੇਵਾ ਕਰਨੀ। ਪਰ ਕਈ ਵਾਰੀ ਮਨੁੱਖ ਸੰਸਾਰ ਵਾਸਤੇ ਫਿਰ ਇੰਨਾ ਕੰਮ ਕਰਨ ਲੱਗ ਪੈਂਦਾ, ਇੰਨਾ ਕਰਨ ਲੱਗ ਪੈਂਦਾ ਵੀ ਉਹਨੂੰ ਨਾਮ ਭੁੱਲ ਹੀ ਗਿਆ, ਅਕਾਲ ਪੁਰਖ ਦੀ ਯਾਦ ਅੰਦਰੋਂ ਨਿਕਲ ਹੀ ਗਈ, ਨਿਤਨੇਮ ਅੰਦਰੋਂ ਖਤਮ ਹੀ ਹੋ ਗਿਆ। ਇਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਅਮੁੱਲ ਤੁੱਲ, ਤੁੱਲ ਦਾ ਅਰਥ ਹੈ ਕਿ ਦੋਵਾਂ ਪਾਸੇ ਜੀਵਨ ਨੂੰ ਰੱਖ, ਸਰੀਰ ਦੇ ਨਾਲ ਸੰਸਾਰ ਦਾ ਕੰਮ ਕਰ, ਸੁਰਤ ਦੇ ਨਾਲ ਤੂੰ ਸ਼ਬਦ ਨਾਲ ਸਾਂਝ ਪਾ ਕੇ ਰੱਬ ਨਾਲ ਜੁੜ ਕੇ ਰਹੋ। ਤੇਰੀ ਜ਼ਿੰਦਗੀ ਦਾ ਜਿਹੜਾ ਤਰਾਜੂ ਹੈ, ਜਿਹੜਾ ਕੰਡਾ ਹੈ, ਉਹ ਠੀਕ ਥਾਂ ਤੇ ਰਹੇਗਾ, ਇੱਕ ਥਾਂ ਤੇ ਕੰਮ ਕਰੇਗਾ, ਵਿਚਕਾਰ ਰਹੇਗਾ। ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤਾਂ ਹੀ ਸੁਖਮਣੀ ਸਾਹਿਬ, ਏਡੀ ਲੰਬੀ ਬਾਣੀ ਹੈ, 24 ਅਸ਼ਟਪਦੀਆਂ, 24 ਸ਼ਲੋਕ, ਤੇ ਸਾਰੀਆਂ ਇਹਨਾਂ ਅਸ਼ਟਪਦੀਆਂ ਔਰ ਸ਼ਲੋਕਾਂ ਦਾ ਜਿਹੜਾ ਕੇਂਦਰ ਹੈ, ਰਹਾਉ ਦੀ ਤੁਕ ਇੱਕੋ ਹੈ ਕਿ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ। ਵਿਸ਼ਰਾਮ ਦਾ ਅਰਥ ਹੈ ਮਨ ਦਾ ਤਵੱਜਣ ਰੱਖਣਾ, ਨਾ ਸੰਸਾਰੀ ਬਹੁਤਾ ਤੇ ਨਾ ਸੰਸਾਰ ਤੋਂ ਬਹੁਤਾ ਦੂਰ ਤੇ ਨਾ ਬਹੁਤਾ ਖੁੱਭਿਆ ਹੋਇਆ ਵਿੱਚ। ਇੱਕ ਹੋਰ ਬਚਨ ਕੀਤਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਕਹਿੰਦੇ ਆਪਣੇ ਮਨ ਨੂੰ ਸਾਵਾਂ ਕਰਕੇ, ਸਾਵਧਾਨ ਦਾ ਮਤਲਬ, ਸਾਵ ਦਾ ਅਰਥ ਹੈ ਸਾਵਾਂ ਕਰਨਾ, ਬਰਾਬਰ ਕਰ ਲੈਣਾ, ਕੇਂਦਰ ਵਿੱਚ ਰੱਖਣਾ, ਤੇ ਧਾਨ ਦਾ ਅਰਥ ਕਰਾਂਗੇ ਧਿਆਨ। ਆਪਣੇ ਧਿਆਨ ਨੂੰ, ਆਪਣੇ ਜੀਵਨ ਨੂੰ ਸਾਵਾਂ ਕਰਕੇ ਰੱਖਣਾ, ਇੱਕ ਪਾਸੇ ਹੱਥਾਂ ਨਾਲ, ਸਰੀਰ ਨਾਲ, ਸੰਸਾਰ ਨਾਲ ਜੁੜੇ ਰਹਿਣਾ, ਪਰ ਇੰਨਾ ਵੀ ਨਾ ਖੁੱਭ ਜਾਣਾ ਵੀ ਉਹਦੇ ਵਿੱਚ ਹੀ ਮਲੀਆ ਮੇਟ ਹੋ ਜਾਏ, ਉਹਦੇ ਵਿੱਚ ਹੀ ਸਮਾਪਤੀ ਹੋ ਜਾਏ। ਹਜ਼ੂਰ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਇੱਕ ਕਮਲ ਦੇ ਫੁੱਲ ਦੀ। ਕਹਿੰਦੇ ਦੇਖੋ ਕਮਲ ਦੇ ਫੁੱਲ ਵਿੱਚ ਕਿੰਨੀ ਯੋਗਤਾ ਹੈ, ਕਿੰਨੀ ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਯੋਗਤਾ ਪਾਈ ਹੈ ਕਿ ਜਦੋਂ ਕਮਲ ਦਾ ਫੁੱਲ ਉੱਗਦਾ ਹੈ ਤੇ ਚਿੱਕੜ ਵਿੱਚ ਉੱਗਦਾ ਹੈ। ਜਿਹਦੇ ਵਿੱਚ ਉੱਗਦਾ ਉਹ ਚਿੱਕੜ ਹੈ, ਪਾਣੀ ਹੈ, ਗੰਦੇ ਪਾਣੀ ਵਿੱਚ ਵੀ ਉੱਗ ਪੈਂਦਾ ਕਮਲ ਦਾ ਫੁੱਲ, ਉਹਦੀ ਜੜ ਵਿੱਚ ਚਿੱਕੜ ਹੈ। ਪਰ ਜਦੋਂ ਫੁੱਲ ਉੱਗਦਾ ਹੈ, ਉਸ ਚਿੱਕੜ ਦੀ ਬਦਬੂ ਨੂੰ ਸੋਖ ਕੇ ਵਿੱਚੋਂ, ਚਿੱਕੜ ਦੀ ਬਦਬੂ ਨੂੰ ਜੜ੍ਹਾਂ ਦੁਆਰਾ ਪੀ ਕੇ ਇੱਕ ਐਸਾ ਫੁੱਲ ਤਿਆਰ ਕਰ ਦਿੰਦਾ, ਫਿਰ ਉਸ ਫੁੱਲ ਵਿੱਚੋਂ ਬਦਬੂ ਨਹੀਂ ਆਉਂਦੀ, ਫੁੱਲ ਵਿੱਚੋਂ ਖੁਸ਼ਬੂ ਆਉਣ ਲੱਗ ਪੈਂਦੀ ਹੈ। ਜੜ ਉਹਦੀ ਬਦਬੂ ਵਿੱਚ ਤੇ ਫੁੱਲ ਉਹਦਾ ਗੁਰੂ ਕੇ ਸਵਾਰਿਓ, ਉਹਦੇ ਵਿੱਚੋਂ ਬਦਬੂ ਨਹੀਂ ਆਉਂਦੀ। ਜੜ੍ਹਾਂ ਵਿੱਚੋਂ ਤੁਸੀਂ ਕਦੇ ਵੀ ਵੇਖੋ ਕਿਸੇ ਫੁੱਲ ਨੂੰ ਬਗੀਚੇ ਵਿੱਚ ਲੱਗੇ ਹੋਏ ਨੂੰ, ਜਦੋਂ ਬਗੀਚੇ ਵਿੱਚ ਫੁੱਲ ਲੱਗਾ ਤੇ ਉਹਦੀ ਜੜ ਵਿੱਚ ਆਪਾਂ ਰੂੜੀ ਪਾਉਂਦੇ ਹਾਂ, ਜਿਹਦੇ ਵਿੱਚੋਂ ਬਦਬੂ ਆਉਂਦੀ ਹੈ। ਪਰ ਕਦੀ ਉਸ ਫੁੱਲ ਨੂੰ ਤੁਸੀਂ ਵੇਖੋ, ਪਾਉਂਦੇ ਅਸੀਂ ਉਹਨੂੰ ਬਦਬੂ ਵਾਲੀ ਰੂੜੀ ਖਾਂ ਮਲੀ ਪਾਉਂਦੇ ਹਾਂ, ਪਰ ਜਦੋਂ ਉਹਦੇ ਵਿੱਚੋਂ ਤੱਤ ਖਿੱਚ ਕੇ ਫੁੱਲ ਖਿੜਦਾ ਹੈ ਨਾ, ਤੇ ਉਹਦੇ ਵਿੱਚੋਂ ਸੁਗੰਧੀ ਆਉਣ ਲੱਗ ਪੈਂਦੀ ਹੈ। ਹਜ਼ੂਰ ਨੇ ਕੁਝ ਇਸ ਤਰ੍ਹਾਂ ਦੇ ਉਦਾਹਰਨ ਦਿੱਤੇ ਨੇ, ਜੈਸੇ ਜਲ ਮੈਂ ਕਮਲ ਨਿਰਾਲਮ, ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਰਹਿੰਦਾ ਨਾ ਚਿੱਕੜ ਵਿੱਚ, ਉਹ ਬਦਬੂ ਨੂੰ ਸੁਗੰਧੀ ਬਣਾ ਦਿੰਦਾ ਹੈ। ਇਸੇ ਤਰ੍ਹਾਂ ਇਹ ਸਾਡਾ ਜਿਹੜਾ ਸਰੀਰ ਹੈ ਨਾ, ਇਹ ਹੈ ਤੇ ਸਾਰਾ ਬਦਬੂ ਦਾ ਭਰਿਆ ਹੋਇਆ। ਅਸੀਂ ਹਰ ਰੋਜ਼ ਇਹਨੂੰ ਸਾਫ਼ ਕਰਨੇ ਆ, ਹਰ ਰੋਜ਼ ਇਹਦੀ ਬਦਬੂ ਖਤਮ ਕਰਨੇ ਆ, ਇਸ਼ਨਾਨ ਕੀਤਾ, ਸ਼ੁੱਧ ਕਰ ਲਿਆ, ਪਰ ਸ਼ਾਮ ਤੱਕ ਫਿਰ ਉਸੇ ਤਰ੍ਹਾਂ ਹੋ ਗਿਆ। ਇਹ ਜਿਹੜੀ ਅੰਦਰ ਬਦਬੂ ਹੈ, ਜਿੱਦਣ ਇਸ ਸਰੀਰ ਨੂੰ, ਇਸ ਜੀਵਨ ਨੂੰ ਗੁਰਬਾਣੀ ਨਾਲ, ਗੁਰੂ ਕੇ ਚਰਨਾਂ ਨਾਲ ਜੋੜ ਦਿੱਤਾ, ਸ਼ਬਦ ਨਾਲ ਇਹਦੀ ਸਾਂਝ ਪਵਾ ਦਿੱਤੀ, ਤੇ ਸ਼ਬਦ ਨੇ ਕੀ ਕਰਨਾ, ਫਿਰ ਜਿਹੜੇ ਸਰੀਰ ਵਿੱਚੋਂ ਬਦਬੂ ਆ ਰਹੀ ਹੈ ਉਹਦੇ ਵਿੱਚੋਂ ਸੁਗੰਧੀ ਆਉਣ ਲੱਗ ਪੈ ਗਈ, ਜੀਵਨ ਉੱਚਾ ਹੋ ਗਿਆ, ਚੜ੍ਹਦੀ ਕਲਾ ਹੋ ਗਈ। ਇਹ ਸਰੀਰ ਚਿੱਕੜ ਦਾ ਸਰੂਪ ਹੈ, ਇਹਦੇ ਅੰਦਰ ਵਿਕਾਰਾਂ ਦਾ ਚਿੱਕੜ ਭਰਿਆ ਹੋਇਆ। ਕੋਈ ਵੀ ਸਰੀਰ ਐਸਾ ਨਹੀਂ ਜਿਹਦੇ ਵਿੱਚ ਵਿਕਾਰਾਂ ਦਾ ਚਿੱਕੜ ਨਹੀਂ ਹੈ, ਸਾਰਿਆਂ ਵਿੱਚ ਹੈ। ਪਰ ਕਈਆਂ ਨੇ ਚਿੱਕੜ ਨਾਲ ਹੀ ਸਾਂਝ ਪਾ ਲਈ, ਉਹਨੂੰ ਜੀਵਨ ਮੰਨ ਲਿਆ। ਤੇ ਗੁਰਮੁਖਾਂ ਨੇ ਗੁਰੂ ਤੋਂ ਸਿੱਖ ਲਈ ਇਹ ਗੱਲ, ਜਾਣ ਲਈ ਵੀ ਇਸ ਚਿੱਕੜ ਨੂੰ ਗਲਤ ਨਹੀਂ ਹੈ, ਇਹਨੂੰ ਜੋੜ ਦਿੱਤਾ ਗੁਰੂ ਕੇ ਚਰਨਾਂ ਨਾਲ, ਤੇ ਇਸ ਮੈਲੇ ਸਰੀਰ ਦੇ ਵਿੱਚ ਵੀ ਆਨੰਦ ਦੀ ਪ੍ਰਾਪਤੀ ਕਰ ਲਈ।
ਚੜ੍ਹਦੀ ਕਲਾ ਦੀ ਉਸ ਰਸ ਦੀ ਪ੍ਰਾਪਤੀ ਕਰ ਲੈ ਜਿਹਦੇ ਵਿੱਚ ਸੁਗੰਧੀ ਹੀ ਸੁਗੰਧੀ। ਗੁਰੂ ਅਮਰਦਾਸ ਜੀ ਦੀ ਇੱਕ ਪੌੜੀ ਮੈਂ ਥੋੜੀ ਜਿਹੀ ਆਪ ਜੀ ਨਾਲ ਸਾਂਝੀ ਕਰਦਿਆਂ, ਜਿਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀ ਕਲਾ, ਸਾਰੀ ਸਿੱਖਿਆ, ਸਾਰਾ ਤਰੀਕਾ ਜੁਗਤ ਦੱਸਿਆ ਹੈ ਕਿ ਤੂੰ ਆਪਣੇ ਸਰੀਰ ਦੀ ਦੁਰਗੰਧ ਨੂੰ ਸੁਗੰਧੀ ਵਿੱਚ ਤਬਦੀਲ ਕਿਵੇਂ ਕਰਨਾ, ਤਰੀਕਾ ਕਿਹੜਾ ਹੈ। ਤੁਸੀਂ ਇਹ ਪੌੜੀ ਨਿਤਨੇਮ ਵਿੱਚ 14 ਨੰਬਰ ਤੇ ਪੜ੍ਹੋਗੇ। ਹਜ਼ੂਰ ਨੇ ਗੱਲ ਇੱਥੋਂ ਸ਼ੁਰੂ ਕੀਤੀ, ਕਹਿਣ ਲੱਗੇ ਭਗਤਾਂ ਕੀ ਚਾਲ ਨਿਰਾਲੀ। ਚਾਲ ਦਾ ਮਤਲਬ ਤੁਰਨਾ ਨਹੀਂ ਹੈ ਇੱਥੇ, ਵੈਸੇ ਤੇ ਚਾਲ ਦੇ ਅਰਥ ਤੁਰਨਾ ਬਣਦਾ, ਇੱਥੇ ਚਾਲ ਦੇ ਅਰਥ ਨੇ ਕਿ ਜਿਹੜੇ ਭਗਤ ਜਨ ਨੇ, ਜਿਹੜੇ ਗੁਰਮੁਖ ਨੇ, ਉਹਨਾਂ ਨੇ ਗੁਰੂ ਤੋਂ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਿਆ ਤੇ ਤਰੀਕਾ ਤਬਦੀਲ ਹੋ ਗਿਆ, ਪਹਿਲਾਂ ਨਾਲੋਂ ਬਦਲ ਗਿਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਹਾਂ ਕੇਰੀ। ਫਿਰ ਅੱਗੇ ਇੱਕ ਸ਼ਬਦ ਕਿਹਾ ਬਿਖਮ, ਧਿਆਨ ਦੇਣਾ, ਬਿਖਮ ਮਾਰਗ ਚੱਲਣਾ। ਬਿਖਮ ਦੇ ਅਰਥ ਨੇ ਔਖਾ, ਬਿਖਮ ਦੇ ਅਰਥ ਔਖਾ ਨੇ, ਬਿਖਮ ਦੇ ਅਰਥ ਨਾਮੁਮਕਿਨ ਨਹੀਂ। ਨਾਮੁਮਕਿਨ ਦਾ ਅਰਥ ਹੁੰਦਾ ਜਿਹੜਾ ਕੀਤਾ ਹੀ ਨਾ ਜਾ ਸਕੇ। ਔਖੇ ਦਾ ਅਰਥ ਹੈ ਜੋ ਕੀਤਾ ਜਾ ਸਕਦਾ ਪਰ ਉਹਦੇ ਵਾਸਤੇ ਥੋੜੀ ਜਿਹੀ એનર્ਜੀ, ਥੋੜੀ ਜਿਹੀ ਸਾਵਧਾਨਤਾ ਚਾਹੀਦੀ ਹੈ। ਕੀਤਾ ਜ਼ਰੂਰ ਜਾ ਸਕਦਾ। ਬਿਖਮ ਦਾ ਅਰਥ ਹੈ ਥੋੜਾ ਜਿਹਾ ਔਖਾ ਹੈ, ਥੋੜਾ ਜਿਹਾ ਤਿਲਕਣਾ ਰਾਹ ਹੈ, ਉਹਦੇ ਉੱਤੇ ਮਿਹਨਤ ਕਰਨੀ ਪਏਗੀ। ਤੁਸੀਂ ਕਿਸੇ ਵੀ ਉੱਚੀ ਥਾਂ ਤੇ ਜਾਣਾ ਹੈ, ਉੱਚੀ ਵਿੱਦਿਆ ਨੂੰ ਪ੍ਰਾਪਤ ਕਰਨਾ ਹੈ, ਉੱਚੇ ਅਹੁਦੇ ਤੇ ਜਾਣਾ ਹੈ, ਤੇ ਇਹ ਥੋੜੀ ਹੋਵੇਗਾ ਵੀ ਆਪਾਂ ਆਰਾਮ ਕਰਾਂਗੇ। ਇੱਕ ਪਹਿਲਵਾਨ ਇਸ ਧਰਤੀ ਤੇ ਨਕਸ਼ੇ ਦੇ ਉੱਤੇ ਆਪਣਾ ਨਾਮ ਬਣਾਉਂਦਾ ਹੈ, ਵੱਡੀ ਕਲਾ ਨੂੰ ਹਾਸਲ ਕਰਦਾ ਹੈ, ਵੀ ਉਹਨੂੰ ਕਹਿੰਦੇ ਵੀ ਇਹ 골ਡ ਮੈਡਲਿਸਟ ਹੈ, ਇਹਨੇ ਸੋਨੇ ਦਾ ਇਹ ਤਗਮਾ ਜਿੱਤਿਆ ਹੈ। ਇਹ ਕਿਵੇਂ ਜਿੱਤ ਲਿਆ ਉਸਨੇ? ਕਿ ਸੁੱਤਾ ਰਿਹਾ ਸਾਰਾ ਦਿਨ, ਸਾਰੀ ਰਾਤ ਆਰਾਮ ਕਰਦਾ ਰਿਹਾ? ਨਹੀਂ, ਜਦੋਂ ਲੋਕ ਸੁੱਤੇ ਹੋਏ ਸਨ ਤੇ ਉਹਨੇ ਜਾਗ ਕੇ ਮਿਹਨਤ ਕੀਤੀ, ਕਸਰਤ ਕੀਤੀ, ਸਰੀਰ ਨੂੰ ਮਾਲਿਸ਼ਾਂ ਕੀਤੀਆਂ, ਘੁਲਿਆ, ਸਰੀਰ ਤੇ ਸੱਟਾਂ ਖਾਧੀਆਂ, ਕਈ ਕੁਝ ਕਰਦਾ ਰਿਹਾ, ਸਰੀਰ ਨੂੰ ਖੁਰਾਕ ਦਿੰਦਾ ਰਿਹਾ। ਤੇ ਜੇ ਉਹਨੂੰ ਕਿਸੇ ਉਹ ਕਵੇ ਵੀ ਮੈਂ ਉੱਠਣਾ ਵੀ ਨਹੀਂ, ਮੈਂ ਕਸਰਤ ਵੀ ਨਹੀਂ ਕਰਨੀ, ਮੈਂ ਸਰੀਰ ਨੂੰ ਖੁਰਾਕ ਵੀ ਠੀਕ ਨਹੀਂ ਦੇਣੀ, ਮੈਂ ਮਾਲਿਸ਼ ਵੀ ਨਹੀਂ ਕਰਨੀ, ਮੈਂ ਅਖਾੜੇ ਵਿੱਚ ਸੱਟ ਵੀ ਨਾ ਮੈਨੂੰ ਲੱਗੇ, ਘੁਲਣਾ ਵੀ ਨਹੀਂ, ਤੇ ਫਿਰ ਉਹਨੂੰ ਇੱਕੋ ਹੀ ਗੱਲ ਕਹਿਣ ਨੂੰ ਮਿਲੇਗੀ ਵੀ ਪਹਿਲਵਾਨ ਇਸ ਤਰ੍ਹਾਂ ਨਹੀਂ ਬਣਦੇ। ਮੰਜੇ ਤੇ ਬਹਿ ਕੇ ਕਦੀ ਪਹਿਲਵਾਨ ਨਹੀਂ ਬਣਦੇ। ਹਾਂ, ਮੰਜੇ ਤੇ ਬੈਠੇ ਹੋਏ ਪਹਿਲਵਾਨ ਫਿਰ ਮੰਜੇ ਦੇ ਪਹਿਲਵਾਨ ਹੀ ਰਹਿ ਜਾਂਦੇ ਨੇ, ਉੱਥੇ ਹੀ ਘੁਲੇ ਜਾਂਦੇ ਨੇ। ਇਧਰੋਂ ਕਰਵਟ ਲਈ ਦੂਜੇ ਪਾਸੇ, ਇਧਰੋਂ ਪਾਸਾ ਬਦਲਿਆ ਦੂਜੇ ਪਾਸੇ। ਬੜੀ ਵੱਡੀ ਡਿਊਟੀ ਹੈ, ਵੈਸੇ ਉਹ ਵੀ ਛੋਟੀ ਨਹੀਂ। ਇੱਕ ਮੰਜੀ ਤੇ ਘੱਟੋ ਘੱਟ ਰੋਕੀ ਹੋਈ ਹੈ ਨਾ ਇਸ ਧਰਤੀ ਦੇ ਉੱਤੇ, ਕੁਝ ਤਾਂ ਕਰ ਹੀ ਰਹੇ ਨੇ। ਇੱਕ ਮੰਜੀ, ਇੱਕ ਬਿਸਤਰਾ, ਉਹਨੂੰ ਸਫਲ ਕਰ ਰਹੇ ਨੇ, ਉਹਨੂੰ ਵਲੇਟ ਵਲੇਟ ਕੇ ਹੇਠ ਉੱਤੇ ਕਰੀ ਜਾ ਰਹੇ ਨੇ। ਤਾਂ ਉਹ ਵੀ ਤਾਂ ਇੱਕ ਕੰਮ ਹੈ, ਪਰ ਉਹ ਕੰਮ ਬੜਾ ਛੋਟਾ ਹੈ। ਪਰ ਜਿਨ੍ਹਾਂ ਨੇ ਉਸ ਮੰਜੇ ਨੂੰ ਯੋਗ ਸਮੇਂ ਲਈ ਵਰਤਿਆ ਤੇ ਫਿਰ ਆਪਣੇ ਕੰਮ ਲਈ ਚੱਲ ਪਏ, ਉਹ ਕਿਸੇ ਪ੍ਰਾਪਤੀ ਤੱਕ ਚਲੇ ਗਏ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਭਗਤਾਂ ਦੀ ਜਿਹੜੀ ਇਸ ਤਰ੍ਹਾਂ ਕਲਾ ਹੈ ਜ਼ਿੰਦਗੀ ਦੀ, ਉਹ ਵੀ ਥੋੜੀ ਜਿਹੀ ਬਿਖਮ ਤਾਂ ਹੈ, ਔਖੀ ਹੈ, ਪਰ ਔਖੇ ਕੰਮਾਂ ਨੂੰ ਕਰਨ ਦੇ ਵਿੱਚ ਇੱਕ ਆਨੰਦ ਵੀ ਹੈ, ਸਿਰਜਣਾ ਹੁੰਦੀ ਉਹਦੇ ਵਿੱਚ, ਰਾਹ ਲੱਭਦਾ। ਤਾਂ ਉਹ ਬਿਖਮ ਹੈ। ਉਹਨਾਂ ਦੀ ਚਾਲ ਬਦਲ ਗਈ। ਚਾਲ ਕਿਹੜੀ ਬਦਲ ਗਈ? ਜਿਵੇਂ ਪਹਿਲਾਂ ਅੱਖਾਂ ਨਾਲ ਵੇਖਦੇ ਸੀ, ਹੁਣ ਉਸ ਤਰ੍ਹਾਂ ਨਹੀਂ ਵੇਖਦੇ, ਵੇਖਣਾ ਬਦਲ ਗਿਆ। ਜਿੱਥੇ ਪਹਿਲਾਂ ਸੀਰੀਅਲ ਵੇਖਦੇ ਸੀ, ਜਿੱਥੇ ਤਸਵੀਰਾਂ ਵੇਖਦੇ ਸੀ, ਹੁਣ ਗੁਰਬਾਣੀ ਵੇਖਣ ਲੱਗ ਪਏ, ਹੁਣ ਗੁਰਸਿੱਖਾਂ ਦੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਲੱਗ ਪਏ। ਅੱਖਾਂ ਉਹ ਇਹਨੇ ਨਜ਼ਰ ਬਦਲ ਗਈ, ਚੀਜ਼ਾਂ ਬਦਲ ਗਈਆਂ, ਵਰਤੋਂ ਤਬਦੀਲ ਹੋ ਗਈ। ਇਹਨੂੰ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ। ਕੰਨ ਉਹ ਹੀ ਨੇ, ਪਰ ਜੋ ਕੁਝ ਕੰਨਾਂ ਨਾਲ ਪਹਿਲਾਂ ਆਪਣੀ ਉਸਤਤ ਸੁਣਨ ਦੀ ਆਦਤ ਸੀ ਤੇ ਦੂਸਰਿਆਂ ਦੀ ਨਿੰਦਿਆ, ਹੁਣ ਉਹ ਵੀ ਵਿੱਚੋਂ ਬਦਲ ਗਿਆ ਸਾਰਾ ਕੁਝ। ਹੁਣ ਆਪਣੀ ਉਸਤਤ ਹੋਵੇ ਕਿ ਨਿੰਦਿਆ ਹੋਵੇ ਬਰਾਬਰ ਲੱਗਦੀ ਹੈ। ਦੁਨੀਆ ਵਿੱਚ ਸਭ ਤੋਂ ਵੱਡਾ ਇਹ ਦੁੱਖ ਹੈ। ਆਦਮੀ ਇਸ ਚੀਜ਼ ਤੋਂ ਦੁਖੀ ਰਿਹਾ ਹੈ ਔਰ ਇਸ ਦੁੱਖ ਦੇ ਆਉਣ ਦੀ ਸੰਭਾਵਨਾ ਤੋਂ ਡਰਿਆ ਹੋਇਆ ਹੈ। ਉਹ ਕਿਹੜਾ ਸਭ ਤੋਂ ਵੱਡਾ ਦੁੱਖ ਹੈ? ਸਭ ਤੋਂ ਵੱਡਾ ਦੁੱਖ ਕਿਹੜਾ ਹੈ?
ਸਭ ਤੋਂ ਵੱਡੀ ਚਿੰਤਾ ਦੋ ਸਮਿਆਂ ਵਿੱਚ ਮਨੁੱਖ ਫਸਿਆ ਰਹਿੰਦਾ, ਭੂਤਕਾਲ ਤੇ ਭਵਿੱਖ। ਭੂਤਕਾਲ ਦਾ ਮਤਲਬ ਜੋ ਸਮਾਂ ਕਾਲ ਅੱਜ ਤੋਂ ਪਿੱਛੇ ਲੰਘ ਗਿਆ, ਹੁਣ ਤੋਂ ਪਿੱਛੇ, ਉਹਦੀ ਚਿੰਤਾ ਹੈ। ਉਹ ਚਿੰਤਾ ਕਾਹਦੀ ਕਿ ਮੂੰਹ ਕੀ ਵਿਖਾਵਾਂ, ਸੰਸਾਰ ਵਿੱਚ ਮੇਰੀ ਇੱਜ਼ਤ ਬੜੀ ਘੱਟ ਹੈ। ਇਸ ਚੀਜ਼ ਦੀ ਚਿੰਤਾ ਸਭ ਤੋਂ ਵੱਡਾ ਦੁੱਖ ਹੈ। ਤੇ ਭਵਿੱਖ ਜਿਹੜਾ ਆਉਣ ਵਾਲਾ ਹੈ, ਉਹਦੀ ਚਿੰਤਾ ਇਹ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਣੀ ਹੋਈ ਇੱਜ਼ਤ ਕਿਤੇ ਮਲਿਆ ਮੇਟ ਨਾ ਹੋ ਜਾਏ। ਇਹ ਕੁਦਰਤੀ ਤੌਰ ਤੇ ਹੈ। ਹਜ਼ੂਰ ਨੇ ਫਿਰ ਇਹਦਾ ਇੱਕ ਤਰੀਕਾ ਦੱਸਿਆ। ਸਿੱਖ ਆਪਣੀ ਅਰਦਾਸ ਵਿੱਚ ਵੀ ਕਹਿੰਦਾ ਰੋਜ਼ ਗੁਰੂ ਨੂੰ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਆ ਭਾਵੇਂ ਮਰਿਆਦਾ ਦੇ ਸੰਗਲਾਂ ਵਿੱਚ ਵੱਜ ਕੇ ਅਸੀਂ ਕਹਿ ਦਿੱਤਾ ਵੀ ਕੱਲੀ ਮਤ ਕਹੋ, ਪਤ ਨਹੀਂ ਕਹਿਣੀ। ਇਹ ਪਤ ਕਹਿੰਦੇ ਮਰਿਆਦਾ ਤੋਂ ਉਲਟ ਹੈ। ਫਿਰ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਵੱਡੀ ਹੈ ਕਿ ਜਿਹੜੀ ਅਰਦਾਸ ਅਸੀਂ ਬਣਾਈ ਉਹ ਮਰਿਆਦਾ ਵੱਡੀ ਹੈ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵਿੱਚ ਲਿਖਿਆ ਹੋਇਆ ਹੈ, ਗੁਰੂ ਤੇਗ ਬਹਾਦਰ ਸਾਹਿਬ ਰੱਬ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਹਰਜੂ ਰਾਖ ਲਿਹੋ ਪਤ ਮੇਰੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਹੈ, ਹਰਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਉਰ ਅੰਤਰ ਸ਼ਰਨ ਗਹੀ ਕਿਰਪਾ ਨਿਧ ਤੇਰੀ। ਮੇਰੇ ਮਨ ਵਿੱਚ ਮੌਤ ਦਾ ਡਰ ਬਹੁਤ ਗਹਿਰਾ ਹੈ, ਕਿਰਪਾ ਕਰਕੇ ਮੈਨੂੰ ਬਚਾ ਲੈ, ਮੇਰੀ ਰੱਖਿਆ ਕਰ ਪਤ ਤੋਂ। ਇਹ ਪਤ ਜਿਹੜੀ ਹੈ ਬੜੀ ਮੁਸ਼ਕਲ ਬਚਦੀ ਹੈ। ਹਜ਼ੂਰ ਨੇ ਤੇ ਇਹ ਵੀ ਕਹਿ ਦਿੱਤਾ ਇੱਥੇ ਪਤ ਬਚੀ ਰਹੀ। ਕਿਹਨਾਂ ਦੀ ਪਤ ਰਹੀ? ਜਿਹੜੇ ਸਮੇਤ ਕੱਪੜਿਆਂ ਘਰ ਪਰਤ ਗਏ, ਸਮੇਤ ਵਸਤਰਾਂ ਇੱਜ਼ਤ ਨਾਲ। ਉਹ ਕਿਵੇਂ ਪਰਤੇ? ਜਿਨ੍ਹਾਂ ਨੇ ਇੱਕ ਨਾਮ ਨੂੰ ਧਿਆਇਆ ਹੈ। ਗੁਰੂ ਸਾਹਿਬ ਦਾ ਬਚਨ ਹੈ, ਪ੍ਰਾਣੀ ਏਕੋ ਨਾਮ ਧਿਆਵੋ। ਫਿਰ ਕੀ ਹੋਵੇਗਾ? ਕਹਿਣ ਲੱਗੇ ਆਪਣੀ ਪਤ ਸੇਤੀ ਘਰ ਜਾਵੋ। ਫਿਰ ਜਦੋਂ ਤੁਸੀਂ ਆਪਣੇ ਘਰ ਜਾਓਗੇ ਨਾ, ਉਧਰ ਪਰਲੋਕ ਵਾਲੇ ਪਾਸੇ, ਜਿਹੜਾ ਆਪਣਾ ਹੀ ਘਰ ਹੈ, ਜਿਹੜਾ ਸਾਡੇ ਸਰੀਰ ਦਾ ਘਰ ਨਹੀਂ, ਸਾਡਾ ਘਰ ਹੈ। ਇਹ ਘਰ ਤਾਂ ਸਾਡੇ ਸਰੀਰ ਦੇ ਨੇ। ਇਹ ਘਰ ਵੀ, ਔਰ ਇਹ ਵੀ ਬੜੀ ਅਜੀਬ ਗੱਲ ਵੀ, ਇਹ ਘਰ ਸਾਡੇ ਸਰੀਰ ਦੇ ਉਹਨਾਂ ਚਿਰ ਜਿੰਨਾ ਚਿਰ ਅਸੀਂ ਇਸ ਸਰੀਰ ਦੇ ਵਿੱਚ ਰਵਾਂਗੇ। ਜਿੱਦਣ ਅਸੀਂ ਇਸ ਸਰੀਰ ਦੇ ਵਿੱਚੋਂ ਬਾਹਰ ਨਿਕਲ ਗਏ, ਫਿਰ 12-18 ਘੰਟਿਆਂ ਤੋਂ ਬਾਅਦ ਇਸ ਘਰ ਵਿੱਚ ਵੀ ਇਸ ਸਰੀਰ ਨੂੰ ਨਹੀਂ ਰਹਿਣ ਦਿੱਤਾ ਜਾਏਗਾ। ਕੱਢ ਦੇਣਗੇ ਬਾਹਰ ਕੱਢ ਦਿੱਤਾ ਜਾਏਗਾ, ਕਿਉਂਕਿ ਉਹਦੇ ਕਰਕੇ ਸੰਸਾਰ ਚੱਲਦਾ ਹੈ। ਖੈਰ, ਮੈਂ ਵਿਸ਼ੇ ਦੇ ਨੇੜੇ ਰਵਾਂ। ਪਤ ਜਿਹੜੀ ਹੈ ਇਹਦੇ ਤੋਂ ਆਦਮੀ ਡਰਿਆ ਹੋਇਆ ਹੈ। ਭਵਿੱਖ ਦੀ ਚਿੰਤਾ ਹੈ ਤੇ ਭੂਤਕਾਲ ਦੀਆਂ ਯਾਦਾਂ ਉਸ ਨੂੰ ਸਤਾਉਂਦੀਆਂ ਲੰਘੇ ਹੋਏ ਸਮੇਂ ਦੀਆਂ, ਵੀ ਇਹ ਕਿਉਂ ਹੋਇਆ, ਇਹ ਕਿਉਂ ਹੋਇਆ, ਔਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਹਜ਼ੂਰ ਨੇ ਕਿਹਾ ਦੋਵੇਂ ਛੱਡ ਦੇ। ਜੇ ਤੂੰ ਸ਼ਬਦ ਨਾਲ ਜੁੜਨਾ ਹੈ, ਨਾਮ ਨਾਲ, ਨਾਮ ਕੀ ਕਰੇਗਾ? ਤੁਸੀਂ ਥੋੜਾ ਜਿਹਾ ਜਪ ਕੇ ਦੇਖੋਗੇ ਕੀ ਕਰੇਗਾ ਨਾਮ। ਨਾਮ ਕੀ ਕਰਦਾ ਹੈ? ਜਦੋਂ ਪਹਿਲਾਂ ਆਦਮੀ ਜਪਦਾ ਹੈ ਤੇ ਦੋ ਚੀਜ਼ਾਂ ਆਉਂਦੀਆਂ ਉਹਦੇ ਜੀਵਨ ਦੇ ਵਿੱਚ ਸਾਹਮਣੇ। ਜਦੋਂ ਤੁਸੀਂ ਬਵੋਗੇ, ਦੋ ਚੀਜ਼ਾਂ ਦੀ ਸੰਭਾਵਨਾ ਹੈ। ਪਹਿਲੀ ਚੀਜ਼ ਤਾਂ ਆਵੇਗੀ ਵੀ ਵਿਚਾਰ ਆਉਣਗੇ, ਪਿਛਲੇ ਵਿਚਾਰ, ਜਾਂ ਅਗਲੇ ਆਉਣਗੇ। ਦੌੜੇਗਾ ਮਨ, ਬਹੁਤ ਭੱਜੇਗਾ। ਇਹ ਪਹਿਲੀ ਸੰਭਾਵਨਾ ਹੈ। ਤੇ ਜੇ ਕੋਈ ਇਹਨਾਂ ਨੂੰ ਥੋੜਾ ਜਿਹਾ ਗੁਰੂ ਕਿਰਪਾ ਨਾਲ ਘੱਟ ਕਰਦਾ ਹੈ, ਫਿਰ ਦੂਜੀ ਸੰਭਾਵਨਾ ਨੀਂਦ ਆਉਂਦੀ ਮਨੁੱਖ ਨੂੰ। ਨੀਂਦ, ਆਲਸ ਵਿਆਪਦਾ ਹੈ। ਤਾਂ ਗੁਰੂ ਸਾਹਿਬ ਨੇ ਜਦੋਂ ਨਾਮ ਦੇ ਨਾਲ ਸੁਰਤ ਪੂਰੀ ਜੁੜ ਜਾਏ, ਉਦੋਂ ਕਿੱਥੇ ਆਉਂਦਾ ਆਦਮੀ? ਨਾ ਤੇ ਪਿਛਲੇ ਸਮੇਂ ਵਿੱਚ ਰਹਿੰਦਾ, ਉਹ ਵੀ ਭੁੱਲ ਗਿਆ, ਨਾ ਆਉਣ ਵਾਲੇ ਸਮੇਂ ਬਾਰੇ ਸੋਚਦਾ ਹੈ। ਤੇ ਜਿਉਂ ਹੀ ਵਰਤਮਾਨ ਵਿੱਚ ਆਉਂਦਾ, ਉਹ ਸਮਾਧੀ ਦੇ ਬਿਲਕੁਲ ਨੇੜੇ ਹੈ। ਵਰਤਮਾਨ ਸ਼ਬਦ ਜਿਹੜਾ ਹੁਣੇ ਇਸੇ ਵਕਤ ਜਿੱਥੇ ਅਸੀਂ ਹਾਂ, ਇੱਥੇ ਲੈ ਕੇ ਆਵੇਗਾ। ਪਿੱਛੋਂ ਤੋੜ ਦੇਗਾ ਕਨੈਕਸ਼ਨ ਸਾਰਾ, ਵੀ ਕੱਲ ਕੀ ਹੋਇਆ ਸੀ, ਕੱਲ ਕਿਸੇ ਨੇ ਕੀ ਕਿਹਾ ਸੀ, ਪਿਛਲੇ ਸਾਲ ਕੀ ਹੋਇਆ ਸੀ, ਉਹਦੇ ਨਾਲੋਂ ਕਨੈਕਸ਼ਨ ਕੱਟ ਦੇਗਾ ਸ਼ਬਦ। ਔਰ ਕੱਲ ਨੂੰ ਕੀ ਹੋਵੇਗਾ, ਇਹ ਵੀ ਤਾਰਾਂ ਤੋੜ ਦੇਗਾ। ਤੇ ਜਿਉਂ ਹੀ ਵਰਤਮਾਨ ਵਿੱਚ ਆਉਂਦਾ, ਉੱਥੋਂ ਸੁੱਖ ਦੀ ਸ਼ੁਰੂਆਤ ਹੁੰਦੀ ਹੈ।
ਉੱਥੋਂ ਆਨੰਦ ਦੀ ਸ਼ੁਰੂਆਤ ਹੋ ਜਾਂਦੀ ਹੈ। ਹੁਣੇ ਸਮੇਂ ਵਿੱਚ ਆਦਮੀ ਦਾ ਮਨ ਵੱਜ ਜਾਂਦਾ ਹੈ। ਬਸ ਇਹੀ ਹੈ ਦਰਵਾਜ਼ਾ, यही है पगडंडी, यही है मार्ग संत का मार्ग, धर्म की पौड़ी को वड भागी पाए, पाएगा कोई भागा वाला, क्योंकि वर्तमान में आउंदा ही नहीं। हुणे वेखो बैठ के कदी जाएगा पिछे, फिर अगे जाएगा, हुणे की करना है। तो जदों वर्तमान में आ गया, भाई साहब भाई गुरदास जी कहते ने गुरमुख की करदा, वर्तमान में वरतदा जो कुछ वो हुण कर रहा है, ਤੇ ਜਿਉਂ ਹੀ ਉਹ ਵਰਤਮਾਨ ਵਿੱਚ ਆ ਜਾਂਦਾ ਨਾ, ਇਸੇ ਸਮੇਂ ਵਿੱਚ ਇੱਕ ਹੋਰ ਬੜੀ ਵੱਡੀ ਘਟਨਾ ਵਾਪਰਦੀ ਏ। ਫਿਰ ਉਹ ਜਿਹੜੇ ਕੰਮ ਕਰਦਾ ਨਾ ਸੰਸਾਰ ਦੇ, ਉਹਦੇ ਵਿੱਚ ਉਹਦੀ ਸਾਰੀ એનર્ਜੀ ਲੱਗਣ ਕਰਕੇ ਉਹ ਕੰਮ ਵੀ ਕ੍ਰਾਂਤੀ ਵਾਲੇ ਹੋ ਜਾਂਦੇ ਨੇ, ਸਫਲ ਹੋਣ ਲੱਗ ਪੈਂਦੇ, ਕਿਉਂਕਿ ਸਾਰਾ ਧਿਆਨ ਇਕੱਠਾ ਹੋ ਗਿਆ ਇੱਕੋ ਥਾਂ ਤੇ। ਉਹ ਸਫਲ ਹੋਣਗੇ, ਉਹਦੀ એનર્ਜੀ ਇੰਨੀ ਵੱਧ ਗਈ, ਸ਼ਕਤੀ ਇੰਨੀ ਆ ਗਈ ਵੀ ਹਰ ਇੱਕ ਕੰਮ ਵਿੱਚ ਉਹਨੂੰ ਸਫਲਤਾ ਮਿਲੇਗੀ, ਕਿਉਂਕਿ ਸਾਰਾ ਧਿਆਨ ਉੱਤੇ ਲੱਗਾ ਹੋਇਆ। ਧਿਆਨ ਖਿੰਡਿਆ ਹੋਇਆ ਨਹੀਂ ਵੀ ਅੱਧਾ ਪਿੱਛੇ ਅੱਧਾ ਅੱਗੇ, ਹੱਥ ਕੰਮ ਕਰ ਰਹੇ ਨੇ, ਕੰਮ ਕੀ ਚੱਲੇਗਾ। ਇਹਨੂੰ ਕਹਿੰਦੇ ਨੇ ਇਹਦੇ ਭਾਗ ਨਹੀਂ, ਫਿਰ ਕਿਸਮਤ ਨਹੀਂ, ਆਪਾਂ ਇਹੀ ਕਹਿਣਾ ਹੈ। ਤਾਂ ਹਜ਼ੂਰ ਨੇ ਕਿਹਾ ਜੋ ਵਰਤਮਾਨ ਵਿੱਚ ਆ ਗਿਆ ਉਹ ਦੁੱਖਾਂ ਤੋਂ ਛੁੱਟ ਗਿਆ, ਔਰ ਦੁੱਖ ਤੇ ਸੁੱਖ ਇਸ ਧਰਤੀ ਤੇ ਕੇਵਲ ਮਨ ਕਰਕੇ ਹੈ, ਬਾਹਰਲੀ ਸਥਿਤੀ ਕਰਕੇ ਨਹੀਂ ਹੈ। ਬਾਹਰੋਂ ਜੋ ਮਰਜ਼ੀ ਹੁੰਦਾ ਜਾਏ, ਨਾ ਬਾਹਰਲੀਆਂ ਚੀਜ਼ਾਂ ਸਾਨੂੰ ਸੁਖੀ ਕਰ ਸਕਦੀਆਂ ਨੇ, ਨਾ ਸਾਨੂੰ ਦੁਖੀ ਕਰ ਸਕਦੀਆਂ। ਜਦੋਂ ਵੀ ਕੋਈ ਸੁਖੀ ਹੋਇਆ ਆਪਣੇ ਮਾਨਸਿਕ ਮੰਡਲ ਵਿੱਚ ਹੀ ਹੁੰਦਾ ਹੈ, ਨਾ ਮਕਾਨ ਕਰਕੇ ਹੁੰਦਾ, ਨਾ ਗੱਡੀ ਕਰਕੇ ਸੁਖੀ ਹੁੰਦਾ, ਨਾ ਕਿਸੇ ਹੋਰ ਚੀਜ਼ ਕਰਕੇ। ਤੇ ਜਦੋਂ ਦੁਖੀ ਹੁੰਦਾ ਉਹ ਮਨ ਦੇ ਵਿੱਚ ਹੀ ਹੁੰਦਾ ਹੈ, ਬਾਹਰੋਂ ਕਿਤੇ ਨਹੀਂ ਹੁੰਦਾ। ਆਦਮੀ ਉਸੇ ਤਰ੍ਹਾਂ ਦਾ ਰਹਿੰਦਾ। ਤਾਂ ਸਤਿਗੁਰੂ ਨੇ, ਭਾਈ ਗੁਰਦਾਸ ਜੀ ਨੇ ਕਿਹਾ ਵੀ ਵਰਤਮਾਨ ਵਿੱਚ ਵਰਤਦਾ, ਉਹ ਵਰਤਮਾਨ ਵਿੱਚ ਆ ਗਿਆ। ਤਾਂ ਜਿਹੜਾ ਵਿਸ਼ਾ ਮੈਂ ਸਾਂਝਾ ਕਰ ਰਿਹਾ ਸੀ, ਗੁਰੂ ਅਮਰਦਾਸ ਜੀ ਦੀ ਇੱਕ ਪੌੜੀ ਨੂੰ ਸੰਪੂਰਨ ਕਰਨ ਦਾ ਯਤਨ ਕਰਾਂ। ਉਹ ਕਹਿੰਦੇ ਹੈ ਥੋੜਾ ਜਿਹਾ ਔਖਾ, ਬਿਖਮ ਮਾਰਗ ਚੱਲਣਾ, ਕੰਨਾਂ ਨਾਲ ਆਪਣੀ ਉਸਤਤ ਦੀ ਉਡੀਕ ਨਾ ਕਰਨੀ, ਨਿੰਦਿਆ ਤੋਂ ਘਬਰਾਉਣਾ ਨਾ, ਉਸਤਤ ਨਿੰਦਾ ਤੋਂ ਦੋ ਤਿਆਗੈ, ਖੋਜੈ ਪਦ ਨਿਰਵਾਣਾ, ਜਨ ਨਾਨਕ ਇਹ ਖੇਲ ਕਠਨ ਹੈ। ਕਠਨ, ਕਠਨ ਦਾ ਫਿਰ ਮੈਂ ਬੇਨਤੀ ਕਰਾਂ, ਜਿੱਥੇ ਕਠਿਨ ਜਾਂ ਬਿਖਮ ਸ਼ਬਦ ਆਉਂਦਾ ਹੈ ਉਹਦੇ ਅਰਥ ਕਦੀ ਨਾ ਕੱਢਣਾ ਵੀ ਹੋ ਨਹੀਂ ਸਕਦਾ। ਹੋ ਸਕਦਾ ਉਹਨੂੰ ਕਰਨ ਵਿੱਚ ਹੋਰ ਵੀ ਜ਼ਿਆਦਾ ਆਨੰਦ ਹੈ, ਕਿਉਂਕਿ ਬੰਦੇ ਦੀ ਸਾਰੀ ਸ਼ਕਤੀ ਲੱਗੇਗੀ ਕਠਿਨ ਕੰਮ ਦੇ ਵਿੱਚ। ਇੱਕ ਤੀਲਾ ਚੁੱਕ ਕੇ ਤੁਰਨ ਵਿੱਚ ਕੀ ਆਨੰਦ ਹੈ, ਉਹਦੇ ਵਿੱਚ ਤੇ ਤਾਕਤ ਹੀ ਨਹੀਂ ਲੱਗੀ। 2 4 10 ਕਿਲੋ ਹੋਵੇ ਤੇ ਸਵਾਦ ਆ ਜਾਏ ਚੁੱਕ ਕੇ ਤੁਰਨ ਦਾ। ਔਖਾ ਕੰਮ ਕਰਨ ਵਿੱਚ ਜ਼ਿਆਦਾ ਆਨੰਦ ਹੈ, ਸੌਖੇ ਦਾ ਕੀ ਹੈ, ਉਹ ਤੇ ਕੁਝ ਵੀ ਨਹੀਂ। ਇਸ ਕਰਕੇ ਕਹਿੰਦੇ ਨੇ ਬਿਖਮ ਮਾਰਗ ਔਰ ਇਧਰ ਕਠਿਨ, ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂ ਗੁਰਮੁਖ ਜਾਣਾ। ਕਿਸੇ ਨੇ ਗੁਰੂ ਦੀ ਕਿਰਪਾ ਦੁਆਰਾ ਹੀ ਇਸ ਖੇਡ ਨੂੰ ਚੰਗੀ ਤਰ੍ਹਾਂ ਜਾਂਚ ਲਿਆ ਹੈ, ਜ਼ਿੰਦਗੀ ਵਿੱਚ ਇਸ ਕਲਾ ਨੂੰ ਸਿੱਖ ਲਿਆ ਹੈ। ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਹਾਂ ਕੇਰੀ, ਬਿਖਮ ਮਾਰਗ ਚੱਲਣਾ। ਹੁਣ ਅੱਗੇ ਉਸ ਮਾਰਗ ਦੀ ਵਿਆਖਿਆ ਕਰਦੇ ਨੇ, ਉਹ ਕਿਵੇਂ ਦਾ ਹੈ। ਉਹ ਮਾਰਗ ਹੈ ਕਹਿੰਦੇ ਲੱਭ, ਲੋਭ, ਅਹੰਕਾਰ, ਤਜ, ਤ੍ਰਿਸ਼ਨਾ, ਤੇ ਪੰਜਵਾਂ ਬਹੁਤ ਨਾ ਹੀ ਬੋਲਣਾ। ਇਹਨਾਂ ਨੂੰ ਚੰਗੀ ਤਰ੍ਹਾਂ ਲਿਖ ਲੈਣਾ, ਚੰਗੀ ਤਰ੍ਹਾਂ ਯਾਦ ਕਰ। ਇਹ ਮੈਟਰ ਹੈ। ਅਸੀਂ ਕਹਿੰਦੇ ਹਾਂ ਜੀ ਇੱਥੇ ਕਿਹੜਾ ਮੈਟਰ ਹੈ, ਜਦੋਂ ਮਰਜ਼ੀ ਆਓ ਤੇ ਜਦੋਂ ਮਰਜ਼ੀ ਜਾਓ। ਬਸ ਵਾਜਾ ਵੱਜ ਰਿਹਾ ਸੀ, ਸੁਣ ਕੇ ਵਾਪਸ ਮੁੜ ਗਏ। ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਵੱਡਾ ਮੈਟਰ ਦਿੱਤਾ ਗਿਆ ਹੈ, ਸਿਲੇਬਸ ਦਿੱਤਾ ਗਿਆ ਹੈ ਵੀ ਤੂੰ ਇਹ ਕਰਨਾ ਹੈ। ਹੁਣ ਇਹ 5 ਕੰਮ ਧਿਆਨ ਨਾਲ ਸੁਣ ਲਈਏ, ਕਿਹੜੇ ਕੰਮ ਨੇ ਸਿੱਖ ਨੂੰ ਕਰਨੇ। ਸਾਫ਼ ਲਿਖਿਆ ਨਾ ਵੀ ਕੀ ਕਰਨਾ। ਲੱਭ, ਲੋਭ, ਅਹੰਕਾਰ, ਤਜ, ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਇਹ 5 ਕੰਮਾਂ ਵੱਲ ਧਿਆਨ ਦਈਏ। ਲੱਭ ਦਾ ਅਰਥ ਹੈ ਜਦੋਂ ਲੱਭ ਦੇ ਬੱਬੇ ਨੂੰ ਬੈ ਲੱਗਾ ਹੋਵੇ, ਉਹਦੇ ਅਰਥ ਹੁੰਦੇ ਨੇ ਖਾਣ ਪੀਣ ਦਾ ਲੋਭ। ਉਹਦਾ ਅਰਥ ਹੁੰਦਾ ਚੀਜ਼ਾਂ ਖਾਣ ਦਾ ਲੋਭ, ਉਹਨੂੰ ਕਹਿੰਦੇ ਲੱਭ। ਜਦੋਂ ਬੱਬਾ ਹੈ, ਬੱਤਕ ਵਾਲਾ ਬੱਬਾ ਹੈ।
ਤੇ ਜਦੋਂ ਇਹ ਹੁੰਦਾ ਨਾ ਲੋਭ, ਭਾਰਤ ਵਾਲਾ ਭੱਬਾ ਲੱਗਾ ਹੁੰਦਾ ਹੈ ਜਾਂ ਭਾਰ ਵਾਲਾ ਭੱਬਾ ਲੱਗਾ ਹੁੰਦਾ ਹੈ, ਭਾਰਤ ਯਾਨੀ ਕਿ ਭਾਰ, ਉਸ ਵਕਤ ਕੀ ਹੈ? ਉਸ ਵਕਤ ਹੈ ਇਹ ਲੋਭ ਦਾ ਮਤਲਬ ਹੈ ਮਾਨਸਿਕ ਮੰਡਲ ਵਿੱਚ ਲੋਭ, ਜਿਹੜੀ ਤ੍ਰਿਸ਼ਨਾ ਹੈ ਵੀ ਹੋਰ ਮਿਲ ਜਾਏ, ਵੱਡਾ ਹੋ ਜਾਏ, ਹੋਰ ਮਿਲੇ, ਬਹੁਤ ਮਿਲੇ। ਇਹ ਦੋ, ਇਹਨਾਂ ਨੂੰ ਜਿੰਨਾ ਛੱਡੋਗੇ ਉਹਨਾਂ ਬਾਣੀ ਵਿੱਚ ਮਨ ਜ਼ਿਆਦਾ ਟਿਕੇਗਾ। ਜਿੰਨਾ ਇਹਨੂੰ ਘਟਾਵਾਂਗੇ, ਇਹ ਹੋਵੇ, ਉਹ ਹੋਵੇ, ਇਹ ਹੋਣਾ ਚਾਹੀਦਾ, ਮਨ ਭਵਿੱਖ ਵਿੱਚ ਚਲਾ ਗਿਆ, ਅੱਗੇ ਚਲਾ ਗਿਆ, ਖਿੰਡ ਗਿਆ ਸਾਰਾ ਕੁਝ, ਮਨ ਦੂਰ ਚਲਾ ਗਿਆ। ਤੇ ਅੱਜ ਦਾ ਇੱਕ ਸਰਵੇਖਣ ਹੈ, ਵਿਗਿਆਨ ਇਹ ਕਹਿ ਰਿਹਾ ਹੈ, ਮਨੋਵਿਗਿਆਨ ਜਿਹੜਾ ਹੈ, ਭਾਵੇਂ ਉਹਨਾਂ ਨੂੰ ਨਹੀਂ ਪਤਾ, ਉਹ ਕਹਿੰਦੇ ਵੀ ਧਿਆਨ ਆਦਮੀ ਨੂੰ ਸਿੱਖਣਾ ਚਾਹੀਦਾ। ਉਹ ਧਿਆਨ ਕਹਿੰਦੇ, ਜਾਂ ਜਿਹੜੇ ਡਾਕਟਰ ਜਾਣਦੇ ਕਿ ਗੁਰਬਾਣੀ ਵਿੱਚ ਕੀ ਹੈ, ਉਹ ਕਹਿੰਦੇ ਜੇ ਆਦਮੀ ਨੇ ਇੱਥੇ ਠੀਕ ਰਹਿਣਾ ਹੈ ਤੇ ਬਾਣੀ ਨਾਲ ਜੁੜੇ। ਉਹ ਤਾਂ ਇਹ ਗੱਲ ਕਹਿੰਦੇ ਵੀ ਬਾਣੀ ਕੱਲੀ ਇਹ ਨਹੀਂ ਵੀ ਤੁਸੀਂ ਰੱਬ ਨੂੰ ਮਿਲਣ ਵਾਸਤੇ ਪੜ੍ਹਨੀ ਹੈ, ਨਹੀਂ। ਬਾਣੀ ਤਾਂ ਵੀ ਨਾਮ ਤਾਂ ਤੁਹਾਨੂੰ ਜਪਣਾ ਪੈਣਾ ਕਿਉਂਕਿ ਪਾਗਲ ਹੋਣ ਤੋਂ ਬਚ ਜਾਈਏ। ਨਹੀਂ ਤੇ ਉਹਨਾਂ ਦਾ ਇੱਕ ਸਰਵੇਖਣ ਹੈ, ਜੇ ਮਨੁੱਖ ਨੇ ਗੁਰੂ ਤੋਂ ਕੁਝ ਧਰਮ ਤੋਂ ਨਾ ਸਿੱਖਿਆ ਤੇ ਆਉਣ ਵਾਲੇ 50 ਸਾਲਾਂ ਵਿੱਚ ਉਮੀਦ ਹੈ 70% ਲੋਕ ਪਾਗਲ ਹੋ ਜਾਣਗੇ, ਸ਼ੁਦਾਈ ਹੋ ਜਾਣਗੇ, ਕਿਉਂਕਿ ਤ੍ਰਿਸ਼ਨਾ ਇੰਨੀ ਵੱਧ ਗਈ ਹੈ। ਔਰ ਇਹ ਲੋਭ ਦੀ ਪ੍ਰਵਿਰਤੀ, ਲੋਭ ਦਾ ਜਿਹੜਾ ਰੋਗ ਹੈ, ਉਹਨਾਂ ਦਾ ਇੱਕ ਕਹਿਣਾ ਵੀ 12 ਸਾਲ ਤੋਂ ਲੈ ਕੇ 18 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਵਿੱਚ ਇਹ ਬਹੁਤਾ ਵੱਧ ਚੁੱਕਾ ਹੈ, ਤ੍ਰਿਸ਼ਨਾ ਜ਼ਿਆਦੀ ਹੈ। ਕਿਉਂਕਿ ਅਜੇ ਤਾਂ ਇਹ ਉਮਰ ਤੇ ਹੈ ਬੇਪਰਵਾਹੀ ਦੀ ਹੈ। 20 ਸਾਲ ਤੱਕ ਤਾਂ ਅੰਦਰ ਵਿਚਾਰ ਹੀ ਨਹੀਂ ਉੱਠਣਾ ਚਾਹੀਦਾ ਵੀ ਮੈਨੂੰ ਕੀ ਚਾਹੀਦਾ ਹੈ, ਨਹੀਂ ਉੱਠਣਾ ਚਾਹੀਦਾ। ਤੇ ਹੁਣ ਤੇ 12 ਸਾਲ ਦੀ ਉਮਰ ਵਿੱਚ ਬੱਚੇ ਦੇ ਸਿਰ ਤੇ 25-30 ਕਿਲੋ ਕਿਤਾਬਾਂ ਪਈਆਂ ਹੋਈਆਂ ਨੇ, ਉਹ ਪੜ੍ਹਨੀਆਂ ਨੇ, ਉਸਨੇ ਕਈ ਟੈਸਟ ਕਲੀਅਰ ਕਰਨੇ ਨੇ। ਫਿਰ ਉਹ ਇਹ ਵੀ ਸੋਚਦਾ ਰਹਿੰਦਾ ਵੀ ਇਹਨਾਂ ਨੂੰ ਪੜ੍ਹ ਕੇ ਮੈਂ ਨੌਕਰੀ ਕਿਹੜੀ ਕਰਾਂਗਾ, ਕੀ ਪਤਾ ਮਿਲਣੀ ਕਿ ਨਹੀਂ ਮਿਲਣੀ। ਜਿਨ੍ਹਾਂ ਨੇ ਕੋਰਸ ਕੀਤੇ ਉਹ ਤਾਂ ਵਿਹਲੇ ਫਿਰ ਰਹੇ ਨੇ, ਇੰਨੀ ਮਿਹਨਤ ਕਰਕੇ ਕਿਤੇ ਗਵਾਚ ਨਾ ਜਾਏ। ਤਾਂ ਇਹ ਇੰਨਾ ਕੁਝ ਕਰਾਂਗਾ, ਫਿਰ ਇੰਨੀ ਤਨਖਾਹ ਲੱਗੇਗੀ, ਫਿਰ ਮੈਂ ਘਰ ਬਣਾਵਾਂਗਾ, ਫਿਰ ਮੈਂ ਗੱਡੀ ਲਵਾਂਗਾ, ਫਿਰ ਕਿਵੇਂ ਕਰਾਂਗਾ, ਫਿਰ ਐਵੇਂ ਕਰਾਂਗਾ। ਇਹ ਇੰਨਾ ਕੁਝ ਅੰਦਰ ਵੜ ਗਿਆ ਕਿ ਇੱਕ ਤਰ੍ਹਾਂ ਦੇ ਨਾਲ ਸਟ੍ਰੈਸ, ਦਬਾਅ ਵਿੱਚ ਹੈ ਮਨ ਉਹਦਾ। ਵੈਸੇ ਤਾਂ ਸਾਰਿਆਂ ਦਾ ਹੈ, ਬਹੁਤਾਤ ਵਿੱਚ। ਉਹਦਾ ਕਾਰਨ ਇਹ ਹੈ ਵੀ ਪਦਾਰਥ ਦੀ ਦੌੜ ਬਹੁਤ ਵਧੀ ਹੈ। ਇਹਦੇ ਕਰਕੇ ਇਹ ਲੋਭ ਗੁਰੂ ਅਮਰਦਾਸ ਜੀ ਕਹਿੰਦੇ ਨੇ ਥੋੜਾ ਜਿਹਾ ਘਟਾ ਜੇ ਤੂੰ ਤੰਦਰੁਸਤ ਰਹਿਣਾ। ਲੋਭ ਬਾਬਾ ਫਰੀਦ ਜੀ ਨੇ ਤਾਂ ਹੀ ਦੱਸਿਆ ਸੀ ਕਿ ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ। ਠੰਡਾ ਪਾਣੀ ਯਾਨੀ ਕਿ ਘੜੇ ਦਾ ਜਿਵੇਂ ਦਾ ਹੈ। ਰੁੱਖੀ ਸੁੱਖੀ ਦਾ ਮਤਲਬ ਕੀ ਹੈ? ਇਹ ਨਹੀਂ ਕਿ ਬਿਨਾਂ ਘਿਓ ਵਾਲੀ, ਨਹੀਂ। ਰੁੱਖੀ ਸੁੱਖੀ ਦਾ ਮਤਲਬ ਜੋ ਤੇਰੇ ਕੋਲ ਹੈ, ਜੋ ਤੈਨੂੰ ਮਿਲ ਸਕਦਾ, ਕੋਈ ਐਬ ਨਹੀਂ ਇਹਦੇ ਵਿੱਚ। ਜੋ ਕੁਝ ਇਮਾਨਦਾਰੀ ਨਾਲ ਠੀਕ ਢੰਗ ਨਾਲ ਮਿਲਦਾ ਹੈ ਉਹਨੂੰ ਤੂੰ ਜ਼ਰੂਰ ਵਰਤ ਲੈ। ਹਾਂ, ਗੁਰੂ ਤੋਂ ਪੁੱਛ ਕੇ ਕਿੰਨਾ ਕੁ ਵਰਤਣਾ ਹੈ, ਤੈਨੂੰ ਕਿੰਨਾ ਕੁ ਚਾਹੀਦਾ। ਫਿਰ ਨਹੀਂ ਰੋਕਿਆ। ਫਿਰ ਇੱਕ ਹੋਰ ਗੱਲ ਕਹੀ, ਕਹਿੰਦੇ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਆਲੇ ਦੁਆਲੇ ਨੂੰ ਵੇਖ ਕੇ ਆਪਣੀ ਜਿੰਦ ਨੂੰ ਨਾ ਤਰਸਾਈ, ਇਹਦੇ ਉੱਤੋਂ ਵੱਡਾ ਪਾਪ ਨਹੀਂ ਹੋਏਗਾ ਕੋਈ। ਤੇ ਜਿਉਂ ਹੀ ਤੂੰ ਇਹ ਪਾਪ ਕਰੇਗਾ ਨਾਲ ਦੁੱਖ ਸ਼ੁਰੂ ਹੋ ਜਾਏਗਾ। ਵੇਖ ਵੇਖ ਕੇ ਤਰਸਾਈ ਨਾ ਮਨ ਨੂੰ। ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ। ਇਹ ਉਸ ਕੂਕਰ ਦੀ ਗੱਲ ਕੀਤੀ, ਲੋਭ ਦੀ ਪ੍ਰਵਿਰਤੀ ਦੀ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਕਿ ਲੱਭ ਲੋਭ ਇੱਕ ਹੈ ਅਹੰਕਾਰ, ਇੱਕ ਹੰਕਾਰ ਹੈ ਤੇ ਇੱਕ ਹੰਕਾਰ ਦੇ ਅੱਗੇ ਐੜਾ ਲੱਗ ਗਿਆ, ਅਹੰਕਾਰ। ਤੁਸੀਂ ਕਦੀ ਵੇਖਣਾ ਗੁਰਬਾਣੀ ਦੇ ਵਿੱਚ ਬਹੁਤੀਆਂ ਚੀਜ਼ਾਂ ਦੇ ਅੱਗੇ ਐੜਾ ਲੱਗ ਜਾਏ ਜਾਂ ਨੰਨਾ ਲੱਗ ਜਾਏ ਤੇ ਉਹਦੇ ਅਰਥ ਨੈਗੇਟਿਵ ਹੋ ਜਾਂਦੇ। ਜਿਵੇਂ ਇੱਕ ਹੈ ਜਿੱਤ,
ਉਹਦੇ ਅੱਗੇ ਐੜਾ ਲੱਗ ਜਾਏ, ਜਾਪ ਸਾਹਿਬ ਵਿੱਚ ਆਉਂਦਾ ਅਜਿੱਤ, ਉਹਨੂੰ ਕਹਿੰਦੇ ਇਹ ਜਿੱਤਿਆ ਨਹੀਂ ਜਾਂਦਾ। ਪਰ ਇਹ ਸ਼ਬਦ ਜਦੋਂ ਮੈਂ ਗੁਰਬਾਣੀ ਵਿੱਚ ਪੜ੍ਹਨਾ ਵੀ ਮਹਾਰਾਜ ਇਸ ਹੰਕਾਰ ਦੇ ਅੱਗੇ ਜਦੋਂ ਐੜਾ ਲੱਗਦਾ, ਇਹਦੇ ਅਰਥ ਨੈਗੇਟਿਵ ਕੋਈ ਨਹੀਂ ਹੁੰਦੇ। ਹੰਕਾਰ ਦੇ ਅੱਗੇ ਐੜਾ ਹੀ ਲੱਗਾ ਨਾ, ਜਦੋਂ ਅਹੰਕਾਰ ਬਣਦਾ, ਨੈਗੇਟਿਵ ਨਹੀਂ ਹੋਏ, ਕਿਉਂਕਿ ਇਹਦੇ ਅਰਥ ਨੈਗੇਟਿਵ ਨਹੀਂ ਹੁੰਦੇ। ਅਹੰਕਾਰ ਦਾ ਮਤਲਬ ਕੀ ਹੈ? ਹੰਕਾਰ ਦਾ ਮਤਲਬ ਹੈ ਸਿੱਧਾ ਹੰਕਾਰੀ, ਜਿਹੜਾ ਕਹਿ ਰਿਹਾ ਵੀ ਮੈਂ ਇਸ ਤਰ੍ਹਾਂ ਨਹੀਂ ਹੋਣ ਦੇਣਾ, ਮੈਂ ਇੰਜ ਕਰ ਦੇਣਾ, ਮੈਂ ਉਹ ਕਰ, ਸਿੱਧਾ ਹੰਕਾਰੀ। ਤੇ ਜਦੋਂ ਐੜਾ ਲੱਗ ਗਿਆ, ਉਹਦੇ ਕੀ ਅਰਥ ਨੇ? ਉਹਦੇ ਅਰਥ ਨੇ ਜਿਹੜਾ ਹੰਕਾਰੀ ਨਹੀਂ ਦਿਸਦਾ, ਅਜੇ ਵੀ ਹੈ ਉਹਦੇ ਵਿੱਚ ਅਹੰਕਾਰ। ਗੁਰੂ ਅਮਰਦਾਸ ਜੀ ਕਹਿੰਦੇ ਅੰਦਰ ਬਰੀਕ ਬਰੀਕ ਚੰਗਿਆਈਆਂ ਦਾ ਹੰਕਾਰ ਹੈ, ਛੋਟੀਆਂ ਛੋਟੀਆਂ ਚੰਗਿਆਈਆਂ ਦਾ ਹੰਕਾਰ, ਕਿ ਮੈਂ ਆ ਹਾਂ, ਮੈਂ ਠੀਕ ਹੀ ਚੱਲ ਰਿਹਾ, ਮੈਂ ਬਹੁਤ ਵਧੀਆ ਕੀਤਾ, ਮੇਰੇ ਵਿੱਚ ਕੀ ਕਮੀ ਹੈ। ਆ ਥੋੜੇ ਦਿਨ 2-4 ਦਿਨ ਇੱਕ ਘਰ ਵਿੱਚ ਗਏ ਸੀ, ਤਾਂ ਉੱਥੇ ਇੱਕ ਬਜ਼ੁਰਗ ਮਾਤਾ ਸੀ, ਤੇ ਜਿਹੜੇ ਅੱਗੋਂ ਬੱਚੇ ਨੇ ਉਹ ਤੇ ਵਿਚਾਰੇ ਮੰਨ ਗਏ ਵੀ ਠੀਕ ਹੈ, ਅੰਮ੍ਰਿਤ ਪਾਨ ਕਰਨਾ ਚਾਹੀਦਾ ਹੈ, ਅੰਮ੍ਰਿਤ ਛਕਣਾ ਜ਼ਰੂਰੀ ਹੈ, ਮੰਨ ਗਏ ਇਸ ਗੱਲ ਨੂੰ। ਤਾਂ ਮੈਂ ਸੋਚਿਆ ਵੀ ਇਹ ਤੇ ਮਾਤਾ ਤਾਂ ਵਕਾਲਤ ਕਰ ਰਹੀ ਹੈ ਗੁਰਬਾਣੀ ਦੀ, ਤਾਂ ਮੈਂ ਸੋਚਿਆ ਵੀ ਚਲੋ ਇਹਨਾਂ ਤੇ ਪਹਿਲਾਂ ਹੀ ਅੰਮ੍ਰਿਤ ਛਕਿਆ ਹੋਵੇਗਾ। ਤਾਂ ਉਹਨਾਂ ਨੇ ਜਵਾਬ ਪਤਾ ਕੀ ਦਿੱਤਾ? 80 ਸਾਲ ਦੀ ਮਾਤਾ ਹੈ, ਕਹਿਣ ਲੱਗੀ ਮੈਂ ਤੇ ਪਹਿਲਾਂ ਹੀ ਅੰਮ੍ਰਿਤ ਵਰਗੀ ਹਾਂ, ਪਹਿਲਾਂ ਹੀ ਮੈਂ ਅੰਮ੍ਰਿਤ ਵਰਗੀ ਹਾਂ। ਮੈਂ ਸੋਚਿਆ ਵੀ ਅਸੀਂ ਤੇ ਇਹਨੂੰ ਖੰਡੇ ਬਾਟੇ ਵਿੱਚ ਕਦੀ ਨਹੀਂ ਵੇਖਿਆ, ਇਹ ਕਹਿੰਦੇ ਮੈਂ ਅੰਮ੍ਰਿਤ ਵਰਗੀ ਹਾਂ। ਅੰਮ੍ਰਿਤ ਤੇ ਹੁੰਦਾ ਜਿਹੜਾ ਖੰਡੇ ਬਾਟੇ ਵਿੱਚ ਪਾਇਆ ਜਾਂਦਾ ਹੈ। ਮੈਂ ਸੋਚਿਆ ਵੀ ਅੰਮ੍ਰਿਤ ਵਰਗੇ ਨਹੀਂ, ਇਹ ਕੜਾਹੇ ਵਿੱਚ ਪੈਣ ਵਾਲੀ ਤਾਂ ਹੋ ਸਕਦੀ ਗੱਲ, ਬਾਟੇ ਵਿੱਚ ਨਹੀਂ। ਤਾਂ ਇਸ ਢੰਗ ਦੇ ਨਾਲ ਖਿਆਲ ਰੱਖਣਾ, ਕਿਸੇ ਚੰਗਿਆਈ ਦਾ ਬਹੁਤਾ ਡੂੰਘਾ ਹੰਕਾਰ ਹੋ ਸਕਦਾ ਹੈ, ਕਿਸੇ ਚੰਗੇਪਣ ਦਾ ਬਹੁਤਾ ਡੂੰਘਾ ਹੰਕਾਰ ਹੋ ਸਕਦਾ, ਤਾਂ ਉਹ ਵੀ ਤਿਆਗਣਾ। ਗੁਰੂ ਅਮਰਦਾਸ ਜੀ ਕਹਿੰਦੇ ਇਹ ਚੌਥੀ ਚੀਜ਼ ਹੈ, ਤੀਜੀ ਚੀਜ਼ ਹੈ ਅਹੰਕਾਰ, ਤਜ ਤ੍ਰਿਸ਼ਨਾ। ਤ੍ਰਿਸ਼ਨਾ ਜਿਹੜੀ ਹੈ ਲੋਭ ਦਾ ਭੜਕਿਆ ਹੋਇਆ ਰੂਪ, ਇਉਂ ਕਹੋ। ਇਹ ਦੂਜੀ ਵਾਰੀ ਆਇਆ, ਪਹਿਲਾਂ ਲੋਭ ਆ ਗਿਆ, ਫਿਰ ਤ੍ਰਿਸ਼ਨਾ। ਲੋਭ ਦਾ ਮਤਲਬ ਹੈ, ਲਾਲਚ ਦਾ ਮਤਲਬ ਹੈ ਜਿਵੇਂ ਅੱਗ ਅਜੇ ਲੱਕੜ ਦੇ ਥੱਲੇ ਲੱਗੀ ਹੈ, ਸ਼ੁਰੂ ਹੋਈ ਹੈ, ਅਜੇ ਲਾਟਾਂ ਨਹੀਂ ਬਲੀਆਂ, ਅੱਗ ਸੁਲਗ ਰਹੀ ਹੈ, ਧੂੰਆਂ ਨਿਕਲ ਰਿਹਾ ਹੈ, ਪਰ ਉਹਨੂੰ ਥੋੜੀ ਜਿਹੀ ਮਿਲੀ ਹਵਾ ਤੇ ਲਾਟਾਂ ਚੜ ਗਈਆਂ ਆਕਾਸ਼ ਨੂੰ 4-4 ਫੁੱਟ। ਉਹਨੂੰ ਕਹਿੰਦੇ ਨੇ ਹੁਣ ਤੇ ਤ੍ਰਿਸ਼ਨਾ ਦੀ ਅੱਗ ਲੱਗ ਗਈ ਹੈ। ਕਹਿੰਦੇ ਤ੍ਰਿਸ਼ਨਾ ਨੂੰ ਵੀ ਛੱਡ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਤੇ ਇੱਕ ਅਣਜਾਣੇ ਵਿੱਚ ਸਾਡੀ ਸ਼ਕਤੀ ਬਹੁਤ ਜ਼ਿਆਦਾ ਗਵਾਚਦੀ, ਉਹਨੂੰ ਕਹਿੰਦੇ ਨੇ ਬਹੁਤ ਨਾ ਹੀ ਬੋਲਣਾ। ਸਰੀਰ ਦੇ ਵਿੱਚ ਜਿਹੜੀ ਸ਼ਕਤੀ ਨਾਮ ਜਪਣ ਵਾਸਤੇ ਕੰਮ ਦੇਗੀ ਨਾ, ਜਿੰਨੇ ਸਿਮਰਨ ਕਰਨਾ ਹੈ, ਹਰ ਰੋਜ਼ ਬਣਦੀ ਅੰਦਰ, ਦਿਮਾਗ ਦੇ ਵਿੱਚ ਤਿਆਰ ਕੀਤੀ ਜਾਂਦੀ, ਸਰੀਰ ਨੂੰ ਪਹੁੰਚਾਈ ਜਾਂਦੀ ਹੈ, ਬੋਲਣ ਵਾਸਤੇ એનર્ਜੀ ਹੈ। ਤਾਂ ਉਹ ਜਿਹੜਾ ਲੋੜ ਤੋਂ ਬਿਨਾਂ ਬੋਲਣਾ, ਜ਼ਿਆਦਾ ਬੋਲਣਾ, ਘੱਟ ਵੀ ਨਹੀਂ ਬੋਲਣਾ, ਨਹੀਂ ਤੇ ਉਹਦਾ ਵੀ ਖਤਰਾ ਹੈ ਕਿ ਆਦਮੀ ਦੇ ਦਿਮਾਗ ਤੇ ਗਲਤ ਅਸਰ ਪੈ ਸਕਦਾ। ਬਿਲਕੁਲ ਹੀ ਨਹੀਂ ਬੋਲਣਾ। ਇਸ ਲਈ ਇੱਕ ਸ਼ਬਦ ਕਹਿੰਦੇ ਨੇ, ਅੱਤ ਤੇ ਖੁਦਾ ਦਾ ਵੈਰ ਹੈ। ਅੱਤ, ਅੱਤ ਕਹਿੰਦੇ ਕਿਸੇ ਚੀਜ਼ ਦੀ ਅੱਤ ਨਹੀਂ ਕਰਨੀ। ਅੱਤ ਦਾ ਮਤਲਬ ਹੱਦ ਤੱਕ ਨਹੀਂ ਜਾਣਾ, ਵਿਚਕਾਰ ਜੀ ਰਹਿਣਾ ਹੈ। ਅੱਤ ਦਾ ਮਤਲਬ ਸਿਰਾ। ਅੱਤ ਦਾ ਭਾਵ ਇਹ ਹੈ ਵੀ ਚੁੱਪ ਵੀ ਨਹੀਂ ਕਰਨਾ ਬਿਲਕੁਲ, ਪਰ ਇੰਨਾ ਵੀ ਨਹੀਂ ਬੋਲਣਾ ਜਿੱਥੇ 4 ਬੰਦੇ ਬੈਠੇ ਨੇ, ਉਹ ਜਿਹੜਾ ਬੋਲਣ ਲੱਗਦਾ ਉਹਨੂੰ ਵਿੱਚੋਂ ਕੱਟ ਕੇ ਉਹਦੀ ਵਾਰੀ ਹੀ ਨਹੀਂ ਆਉਣ ਦੇਣੀ। ਇੰਨਾ ਬੋਲਣਾ ਸਾਰਾ ਦਿਨ। ਤੇ ਬੋਲਣ ਦਾ ਇੱਕ ਰੋਗ ਹੈ, ਜਦੋਂ ਇਹਦੇ ਤੋਂ ਆਦਮੀ ਪੀੜਿਤ ਹੋ ਜਾ, ਉਹਨੂੰ ਪਤਾ ਨਹੀਂ ਲੱਗਦਾ। ਜਦੋਂ ਬੋਲ ਕੇ ਥੱਕ ਜਾਂਦਾ, ਬਾਅਦ ਵਿੱਚ ਕਹਿੰਦਾ ਕੱਲ ਨਹੀਂ ਬੋਲਣਾ। ਜਿਵੇਂ ਸ਼ਰਾਬ ਦਾ ਰੋਗ ਹੈ ਨਾ, ਨਸ਼ੇ ਦਾ। ਆ ਜਿੰਨੇ ਨਸ਼ਾ ਪੀਂਦੇ, ਜਿੰਨੇ ਸ਼ਰਾਬ ਪੀਂਦੇ, ਉਹਨਾਂ ਨੂੰ ਸਵੇਰੇ ਜਾ ਕੇ ਪੁੱਛੋ, ਕਹਿੰਦੇ ਸ਼ਾਮ ਨੂੰ ਨਹੀਂ ਪੀਣਾ, ਕਿਉਂਕਿ ਹੁਣ ਉਹ ਗਵਾਚ ਗਿਆ ਸਾਰਾ ਕੁਝ। ਹੁਣ ਸ਼ਾਮ ਨੂੰ ਨਹੀਂ ਪੀਣਾ, ਪਰ ਸ਼ਾਮ ਨੂੰ ਸ਼ੁਰੂ ਹੋ ਜਾਏਗਾ, ਫਿਰ ਉਹ ਪੀਣਗੇ। ਬਿਲਕੁਲ ਇਸੇ ਤਰ੍ਹਾਂ ਜਿਵੇਂ ਇੱਕ ਸ਼ਰਾਬ ਦਾ ਨਸ਼ਾ ਹੈ, ਇਸੇ ਤਰ੍ਹਾਂ ਬੋਲਣ ਦਾ ਵੀ ਨਸ਼ਾ ਹੈ। ਤੇ ਜਦੋਂ ਆਦਮੀ ਪਹਿਲਾਂ ਪਹਿਲ ਬੋਲਣਾ ਸ਼ੁਰੂ ਕਰਦਾ
ਤਾਂ ਬੋਲਦਾ ਬੋਲਦਾ ਉਹਨੂੰ ਗਵਾਚ ਜਾਂਦਾ ਉਸ ਸ਼ਰਾਬੀ ਵਾਂਗੂ, ਪਤਾ ਹੀ ਨਹੀਂ ਲੱਗਦਾ ਮੈਂ ਬੋਲੀ ਜਾ ਰਿਹਾ। ਇੰਨਾ ਬੋਲਦਾ ਵੀ ਜਦੋਂ ਫਿਰ ਸਮਾਪਤੀ ਹੋ ਜਾਂਦੀ ਫਿਰ ਛੱਡਦਾ, ਫਿਰ ਸੋਚਦਾ ਨਹੀਂ ਬਾਹਰ ਆ ਕੇ ਕਹਿਣਾ ਨਹੀਂ ਚਾਹੀਦਾ ਹੈ। ਇਸ ਤਰ੍ਹਾਂ ਵਾਪਰਦਾ। ਇਹਦੇ ਉੱਤੇ ਬੜੇ ਚਿਰ ਬਾਅਦ ਅਭਿਆਸ ਕੀਤਿਆਂ ਕੰਟਰੋਲ ਹੋ ਸਕਦਾ। ਜਿਹੜੇ ਲੋਕ ਬਹੁਤ ਘੱਟ ਬੋਲਦੇ ਨੇ, ਕੁਦਰਤੀ ਤੌਰ ਤੇ ਹੈ, ਕਿਸੇ ਚੀਜ਼ ਨੂੰ ਤੁਸੀਂ ਬਚਾ ਕੇ ਰੱਖੋਗੇ ਉਹਦੀ ਸ਼ਕਤੀ ਜ਼ਿਆਦਾ ਵੱਧ ਜਾਏਗੀ। ਸਰੀਰ ਦਾ ਕੁਝ ਵੀ ਹੈ, ਅੱਖ ਨੂੰ ਘੱਟ ਵਰਤੋ ਜੇ ਤੁਸੀਂ ਅੱਖ ਦੀ ਸ਼ਕਤੀ ਨੂੰ ਵਧਾਉਣਾ ਹੈ। ਇਹ ਸੁਰਮਾ ਪਾਇਆ ਨਹੀਂ, ਇਹਦੀ ਸੁੰਦਰਤਾ ਵੱਧਦੀ। ਅੱਖ ਦੀ ਵਰਤੋਂ ਜਿੰਨੀ ਘੱਟ ਹੋਵੇਗੀ, ਅੱਖ ਜਿੰਨਾ ਘੱਟ ਦੇਖੇਗੀ, ਜਾਂ ਜਦੋਂ ਸੰਸਾਰ ਵੱਲ ਵੇਖਣਾ ਤੇ ਉਹਦੇ ਵਿੱਚ ਦੋ ਤਰ੍ਹਾਂ ਦਾ ਵੇਖਣਾ ਹੈ, ਗੁਰਮੁਖ ਤੇ ਮਨਮੁਖ ਦਾ ਇੱਕ ਅਭਿਆਸ ਹੈ। ਮਨਮੁਖ ਜਦੋਂ ਸੰਸਾਰ ਵੱਲ ਵੇਖਦਾ ਤੇ ਬੜੀ ਗਹਿਰੀ ਨਜ਼ਰ ਨਾਲ ਇੱਕ ਇੱਕ ਚੀਜ਼ ਨੂੰ ਪਕੜ ਲੈਂਦਾ ਵੀ ਆਦਮੀ ਹੈ, ਠੀਕ ਹੈ ਆਦਮੀ ਹੈ, ਗੱਲ ਖਤਮ ਹੋ ਗਈ। ਗੁਰਮੁਖ ਤੇ ਇੱਥੋਂ ਤੱਕ ਵੇਖੇਗਾ, ਆਦਮੀ ਹੈ, ਔਰਤ ਹੈ, ਮੱਝ ਹੈ, ਗਾਂ ਹੈ, ਵੇਖ ਲਏਗਾ। ਉਹ ਧਿਆਨ ਉੱਥੇ ਡੂੰਘਾ ਕਰੇਗਾ ਜਿੱਥੇ ਉਹਨੂੰ ਜ਼ਰੂਰਤ ਪੈ ਗਈ ਵੀ ਇਹਨੂੰ ਹੁਣ ਚੰਗੀ ਤਰ੍ਹਾਂ ਵੇਖਣਾ। ਨਹੀਂ ਤਾਂ ਵੇਖੇਗਾ ਇੱਕ ਆਦਮੀ ਤੇ ਮਨਮੁਖ ਵੇਖੇਗਾ ਇਹਦਾ ਨੱਕ ਬਹੁਤ ਛੋਟਾ ਹੈ, ਤਾਂ ਇਸ ਦਾ ਅੱਖਾਂ ਕਿਸ ਤਰ੍ਹਾਂ ਦੀਆਂ ਨੇ, ਇਹਦੀ ਲੰਬਾਈ ਕਿੰਨੀ, ਫਿਰ ਕੱਪੜਾ ਕਿਹੜਾ ਪਾਇਆ ਹੋਇਆ, ਫਿਰ ਜੁੱਤੀ ਕਿਹੜੀ ਪਹਿਨੀ ਹੋਈ, ਕਿੱਧਰੋਂ ਆਇਆ, ਕਿੱਥੇ ਰਹਿੰਦਾ, ਗਵਾਚ ਗਿਆ ਵਿੱਚ ਉਹਦੇ। ਤਾਂ ਇਸ ਤਰ੍ਹਾਂ ਉਹ ਜ਼ਿਆਦਾ ਅੱਗੇ ਚਲਾ ਗਿਆ, ਉਹਦੀ ਸ਼ਕਤੀ ਜਿਹੜੀ ਉੱਥੇ ਗਵਾਚਣ ਲੱਗ ਪਈ। ਇਸੇ ਤਰ੍ਹਾਂ ਸੁਣਨਾ ਵੀ ਬਹੁਤ ਤਰ੍ਹਾਂ ਦਾ ਹੈ। ਜ਼ਰੂਰੀ ਨਹੀਂ ਸਾਰੀਆਂ ਚੀਜ਼ਾਂ ਨੂੰ ਸੀਰੀਅਸ ਸੁਣਿਆ ਜਾਏ, ਜੋ ਲੋੜ ਦੀ ਚੀਜ਼ ਹੈ ਉਹਨੂੰ ਸੀਰੀਅਸ ਹੋ ਕੇ ਸੁਣੋ। ਬਾਕੀ ਗੁਰੂ ਰਾਮਦਾਸ ਜੀ ਕਹਿੰਦੇ ਨੇ, ਸਾਖਤ ਕਾ ਬਕਣਾ ਇਵ ਜਾਣੋ ਜੈਸੇ ਪਵਨ ਚੁਲਾਰੀ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਜਦੋਂ ਕਿਤੇ ਇਧਰ ਦੀਆਂ ਊਲ ਜਲੂਲ ਚੱਲਦੀਆਂ ਹੋਣ ਨਾ, ਤਲਵਾਰਾਂ ਬਹਿ ਕੇ ਵੀ ਇੰਜ ਕਰ ਦੇਣਾ ਇੰਜ ਕਰ ਦੇਣਾ, ਉੱਥੇ ਕਹਿੰਦੇ ਇਸ ਤਰ੍ਹਾਂ ਹੀ ਜਾਣੋ ਜਿਵੇਂ ਹਵਾ ਚੱਲ ਰਹੀ ਹੈ। ਜੇ ਤੁਸੀਂ ਉਹਦੇ ਵਿੱਚ ਸੀਰੀਅਸ ਹੋ ਗਏ ਤੇ ਗਵਾਚ ਜਾਓਗੇ। ਇਸ ਤਰ੍ਹਾਂ ਕਿਸੇ ਚੀਜ਼ ਨੂੰ ਵੀ ਇਸ ਤਰ੍ਹਾਂ ਕਰਨਾ। ਤਾਂ ਗੁਰੂ ਅਮਰਦਾਸ ਜੀ ਕਹਿੰਦੇ ਬਹੁਤ ਨਾ ਹੀ ਬੋਲਣਾ। ਫਿਰ ਸਾਹਿਬ ਕਹਿੰਦੇ ਖੰਨਿਓ ਤਿੱਖੀ ਵਾਲੋਂ ਨਿੱਕੀ। ਖੰਡੇ ਤੋਂ ਤਿੱਖੀ ਹੈ, ਵਾਲ ਤੋਂ ਨਿੱਕੀ ਹੈ। ਇਹ ਰਾਹ ਜਿਹੜਾ ਹੈ, ਮੈਂ ਪਹਿਲਾਂ ਕਿਹਾ ਸੀ ਵਾਲ ਤੋਂ ਨਿੱਕੀ, ਇਹਦੇ ਉੱਤੇ ਸਰੀਰ ਨਹੀਂ ਚੱਲੇਗਾ। ਇਹ ਤਾਂ ਸ਼ਬਦ ਕਿਹਾ ਹੈ, ਵਾਲ ਦੇ ਉੱਤੇ ਪੈਰ ਰੱਖ ਕੇ ਤੁਰੋਗੇ, ਸਰੀਰ ਦਾ ਕਿਵੇਂ ਤੁਰਿਆ ਜਾਏਗਾ। ਖੰਡੇ ਦੇ ਉੱਤੇ ਪੈਰ ਕੌਣ ਰੱਖੇਗਾ? ਖੰਡੇ ਦੀ ਧਾਰ ਤੇ ਨਹੀਂ ਪੈਰ ਟਿਕ ਸਕਦਾ, ਵਾਲ ਤੇ ਪੈਰ ਨਹੀਂ ਟਿਕ ਸਕਦਾ ਸਰੀਰ ਦਾ। ਇਹ ਦੋ ਉਦਾਹਰਨਾਂ ਕਿਉਂ ਦਿੱਤੀਆਂ, ਖੰਡੇ ਦੀ ਤੇ ਵਾਲ ਦੀ? ਕਿਉਂਕਿ ਇਹ ਇਸ਼ਾਰਾ ਕਰ ਰਹੇ ਨੇ ਵੀ ਜਿਸ ਮਾਰਗ ਦੀ ਮੈਂ ਵਿਆਖਿਆ ਕਰ ਰਿਹਾ, ਗੁਰੂ ਅਮਰਦਾਸ ਕਹਿੰਦੇ ਇਹ ਮਾਰਗ ਸਰੀਰ ਦੇ ਤੁਰਨ ਦਾ ਨਹੀਂ ਹੈ, ਇਹ ਮਾਰਗ ਸੁਰਤ ਦੇ ਤੁਰਨ ਦਾ ਹੈ। ਤੇ ਸੁਰਤ ਤੁਰ ਸਕਦੀ ਵਾਲ ਉੱਤੇ ਬਿਲਕੁਲ, ਉਹ ਤੇ ਹੈ ਹੀ ਨਹੀਂ, ਬਰੀਕ ਹੈ। ਸੁਰਤ ਨੂੰ ਤੁਸੀਂ ਜਿੰਨਾ ਮਰਜ਼ੀ ਬਰੀਕ ਕਰ ਲਓ, ਜਿੰਨੀ ਇਹ ਬਰੀਕ ਹੋਵੇਗੀ ਉਨੀ ਜ਼ਬਰਦਸਤ ਹੋ ਜਾਏਗੀ, ਉਨੀ ਸ਼ਕਤੀਸ਼ਾਲੀ। ਜਿੰਨੀ ਇਹਨੂੰ ਖਿਲਾਰ ਦਿਓਗੇ ਉਨੀ ਸ਼ਕਤੀ ਘਟ ਜਾਏਗੀ। ਤੇ ਸ਼ਬਦ ਇਹਨੂੰ ਛੋਟੀ ਕਰਦਾ ਹੈ, ਸੁਰਤ ਨੂੰ ਘਟਦਾ ਹੈ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਜਦੋਂ ਇਹ ਘੜੀ ਜਾਂਦੀ ਹੈ, ਬਰੀਕ ਹੋ ਜਾਂਦੀ ਤੇ ਬੜੀ ਸਖਤ ਹੋ ਜਾਂਦੀ, ਬੜੀ ਤੇਜ਼ ਜ਼ਬਰਦਸਤ ਕੰਮ ਕਰਦੀ। ਸੁਰਤ ਦੁਆਰਾ ਤੁਸੀਂ ਬ੍ਰਹਿਮੰਡ ਵਿੱਚ ਕਿਤੇ ਵੀ ਕਨੈਕਸ਼ਨ ਕਰ ਸਕਦੇ, ਪਰ ਉਹ ਤਾਂ ਹੋਵੇਗੀ ਜੇ ਇਹਨੂੰ ਚੰਗੀ ਤਰ੍ਹਾਂ ਸ਼ਬਦ ਦੁਆਰਾ ਘੜ ਲਿਆ ਗਿਆ। ਇੱਕ ਲੋਹੇ ਦਾ ਟੁਕੜਾ ਹੈ, ਤੁਸੀਂ ਕਹੋ ਇਹਦੇ ਨਾਲ ਕਿਸੇ ਲੱਕੜ ਨੂੰ ਪਾੜਨਾ, ਕਿਵੇਂ ਪਾੜੇਗਾ? ਮੂੰਹ ਇਤਨਾ ਮੋਟਾ ਹੈ ਉਹਦਾ। ਫਿਰ ਉਸ ਲੋਹੇ ਦੇ ਟੁਕੜੇ ਨੂੰ ਗਰਮ ਕਰਕੇ ਉਹਦਾ ਮੂੰਹ ਕਰੋ ਤਿੱਖਾ, ਛੈਣੀ ਬਣਾ ਦਿਓ ਉਸਦੀ। ਜਦੋਂ ਧਾਰ ਹੋ ਜਾਏ ਨਾ ਉਹਦੀ ਤਿੱਖੀ, ਫਿਰ ਲੱਕੜ ਦੇ ਉੱਪਰ ਰੱਖ ਕੇ ਉਹਨੂੰ ਚੋਟ ਮਾਰੋ, ਲੱਕੜ ਨੂੰ ਦੁਫਾੜ ਕਰਕੇ ਰੱਖ ਦੇਗੀ। ਸੁਰਤ ਦਾ ਜਦੋਂ ਮੂੰਹ ਬਰੀਕ ਹੋ ਜਾਏ, ਉਦੋਂ ਫਿਰ ਜਿੱਥੇ ਲਾਓਗੇ ਪਾੜ ਦੇਗੀ ਸਭ ਕੁਝ ਨੂੰ, ਵਿਕਾਰਾਂ ਨੂੰ ਪਾੜ ਕੇ ਰੱਖ ਦੇਗੀ। ਅਜੇ ਤਾਂ ਮੂੰਹ ਹੀ ਨਹੀਂ ਬਣਿਆ ਜਿਹਨੇ ਕੰਮ ਕਰਨਾ ਹੈ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਇਹਨੂੰ ਹਜ਼ੂਰ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਖੰਨਿਓ ਤਿੱਖੀ ਵਾਲੋਂ ਨਿੱਕੀ ਏ ਤੁਮਾਰਗ ਜਾਣਾ। ਇਸ ਤਰ੍ਹਾਂ ਤੁਰਨਾ ਹੈ। ਫਿਰ ਮੈਂ ਵਿਸ਼ੇ ਨੂੰ ਸਮੇਟਣ ਦਾ ਯਤਨ ਕਰਨਾ। ਹਜ਼ੂਰ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ
ਇਹ ਕੰਮ ਜਿਹੜਾ ਨਾ ਉੱਪਰ ਦੱਸਿਆ ਗਿਆ ਹੈ, ਇਹਦਾ ਧਿਆਨ ਰੱਖਣਾ, ਕਿਤੇ ਇਕੱਲੇ ਨਾ ਕਰਨ ਲੱਗ ਜਾਣਾ। ਇਹ ਜਿਹੜਾ ਉੱਪਰ ਸਾਰਾ ਹੁਣ ਤੱਕ 20-25 ਮਿੰਟ ਦੀ ਵਿਆਖਿਆ ਹੋਈ ਹੈ, ਇਹ ਨਾ ਸੋਚਣਾ ਮੈਂ ਆਪ ਕਰਨਾ ਹੈ। ਇਹਦੇ ਵਿੱਚ ਇੱਕ ਬੜੀ ਜ਼ਰੂਰੀ ਗੱਲ ਹੈ, ਉਹ ਕਿਹੜੀ? ਗੁਰ ਪ੍ਰਸਾਦੀ, ਗੁਰੂ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਹੈ। ਇਕੱਲੇ ਨਾ ਜਾਣਾ, ਨਹੀਂ ਤੇ ਕਿਤੇ ਨਹੀਂ ਪਹੁੰਚੋਗੇ। ਬੜੇ ਤੁਰ ਰਹੇ ਨੇ, ਗੁਰੂ ਵਾਲਾ ਹੋ ਕੇ ਵੀ ਬੰਦਾ ਗੁਰੂ ਨੂੰ ਨਾਲ ਨਹੀਂ ਲੈਂਦਾ। ਨਿਗੁਰੇ ਨੇ ਤੇ ਲੈਣੇ ਕੀ ਹੈ? ਸਚਾਈ ਹੈ, ਗੁਰੂ ਵਾਲਾ ਤੇ ਨਿਗੁਰੇ ਨੇ ਤੇ ਗੁਰੂ ਨੂੰ ਲੈਣੇ ਕੀ ਨਾਲ ਹੈ। ਗੁਰੂ ਵਾਲਾ ਵੀ ਬੜਾ ਘੱਟ ਲੈਂਦਾ ਹੈ। ਉਦੋਂ ਲੈਂਦਾ ਜਦੋਂ ਜਿਹਨੂੰ ਕਹਿੰਦੇ ਵੀ ਪੱਥਰ ਚੱਟ ਲਿਆ ਮੱਛੀ ਨੇ, ਹੁਣ ਜ਼ੋਰ ਲਾ ਲਿਆ ਸਾਰਾ, ਕਰ ਲਈ ਸਾਰੀ ਮਾਲਾ, ਫੇਰ ਲਈ, ਨਹੀਂ ਹੋਇਆ। ਹੁਣ ਕਰ ਕਰਕੇ ਜ਼ੋਰ ਲਾ ਲਾ ਕੇ ਫਿਰ ਉਹ ਵੀ ਭਾਗਾਂ ਵਾਲੇ ਜਿਹੜੇ ਫਿਰ ਕੁਝ ਨਹੀਂ ਹੁੰਦਾ ਤੇ ਗੁਰੂ ਨੂੰ ਆ ਕੇ ਘੱਟੋ ਘੱਟ ਕਹਿ ਤੇ ਦਿੰਦੇ ਨੇ ਕੱਖ ਵੀ ਨਹੀਂ ਬਣਿਆ ਅਜੇ, ਇੰਨੇ ਸਾਲ ਲਾ ਦਿੱਤੇ, ਉਹ ਵੀ ਭਾਗਾਂ ਵਾਲੇ। ਤਾਂ ਬਹੁਤੇ ਤੇ ਉਸ ਭਿਖਾਰੀ ਵਰਗੇ ਨੇ ਜਿਹੜਾ ਸਾਰੀ ਉਮਰ ਭੀਖ ਮੰਗਦਾ ਰਿਹਾ ਸੀ, 25 ਸਾਲ, ਤੇ ਲੰਘਣ ਲੱਗਿਆਂ ਕਿਸੇ ਤੋਂ ਭੀਖ ਮੰਗੀ, ਉਹਨੇ ਚਪੇੜ ਜੜ ਦਿੱਤੀ ਮੂੰਹ ਤੇ। 25 ਸਾਲ ਤੋਂ ਭੀਖ ਮੰਗਦਾ ਸੀ, ਕੋਲ ਉਹਦਾ ਦੂਜਾ ਸਾਥੀ ਸੀ, ਰੋ ਰਿਹਾ ਸੀ ਜਿਹਨੂੰ ਚਪੇੜ ਲੱਗੀ। ਉਹ ਦੂਜੇ ਨੇ ਕਿਹਾ ਵੀ ਆਪਾਂ ਕਿਉਂ ਲੋਕਾਂ ਤੋਂ ਸਾਰੀ ਉਮਰ ਹੋ ਗਈ ਬੇਇੱਜ਼ਤੀ ਕਰਾਉਂਦਿਆਂ ਨੂੰ, ਆਪਾਂ ਕੋਈ ਧੰਦਾ ਕਰ ਲਈਏ, ਦੋਵੇਂ ਜਣੇ ਦੁਕਾਨ ਖੋਲ ਲਈਏ, ਕੋਈ ਕੰਮ ਕਰੀਏ, ਰੋਟੀ ਮਿਲ ਜਾਏਗੀ। ਆ ਸਾਰੀ ਉਮਰ ਹੋ ਗਈ ਗਾਲਾਂ ਖਾਂਦਿਆਂ ਲੋਕਾਂ ਤੋਂ। ਉਹ ਜਿਹੜੇ ਭਿਖਾਰੀ ਨੂੰ ਚਪੇੜ ਵੱਜੀ ਸੀ ਨਾ, ਉਹ ਚੁੱਪ ਕਰਕੇ ਉਹਨੂੰ ਉਹਦੀ ਬਾਂਹ ਫੜ ਕੇ ਕਹਿੰਦਾ, ਤੂੰ ਹਿੰਮਤ ਕਿਉਂ ਛੱਡ ਗਿਆ? ਜੇ ਆਪਾਂ ਹੁਣ ਭੀਖ ਮੰਗਣੀ ਛੱਡ ਦਿੱਤੀ ਨਾ, ਲੋਕ ਕਹਿਣਗੇ ਇਸ ਕੰਮ ਵਿੱਚ ਫੇਲ ਹੋ ਗਏ ਨੇ। ਆਪਾਂ ਨਹੀਂ ਪਰਵਾਹ ਕਰਨੀ, ਭਾਵੇਂ ਮਾਰ ਪਵੇ, ਕੁੱਟ ਪਏ, ਜੋ ਮਰਜ਼ੀ ਹੋ ਜਾਏ, ਭੀਖ ਮੰਗਣੀ ਨਹੀਂ ਛੱਡਣੀ ਆਪਾਂ। ਪਤਾ ਸਾਨੂੰ ਲੱਗ ਜਾਂਦਾ ਵੀ ਬਣਿਆ ਕੁਝ ਵੀ ਨਹੀਂ ਗੁਰੂ ਤੋਂ ਬਿਨਾ, ਸਾਧ ਸੰਗਤ ਤੋਂ ਬਿਨਾ ਸਰਿਆ ਨਹੀਂ। ਮੋਏ ਮਛਲੀ ਤੁਮ ਨੀਰ ਤੁਝ ਬਿਨ ਕਿਉਂ ਸਰੈ, ਨਹੀਂ ਸਰਦਾ। ਤੇ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਨਹੀਂ ਸਰਦਾ। ਇਸ ਤਰ੍ਹਾਂ ਨਹੀਂ ਹੁੰਦਾ ਕੁਝ ਵੀ। ਪਰ ਹੁਣ ਉਹ ਭਿਖਾਰੀ ਇੰਨੇ ਜੜ ਹੋ ਗਏ ਨੇ, ਖਾਨਦਾਨੀ ਪੁਰਾਣੇ, ਹੁਣ ਕਹਿਣਾ ਕਿਹਾ ਵੀ ਨਹੀਂ ਜਾਂਦਾ ਵੀ ਅਭਿਆਸੀ ਬੜੇ ਪੁਰਾਣੇ ਸਾਂ, ਕਰੀਏ ਕੀ ਹੁਣ। ਪਰ ਜਿਹੜੇ ਭਾਗਾਂ ਵਾਲੇ ਗੁਰਮੁਖ ਨੇ, ਉਹ ਕਹਿ ਦਿੰਦੇ ਵੀ ਨਹੀਂ ਕੁਝ ਹੋਇਆ ਸੰਗਤ ਤੋਂ ਬਿਨਾ, ਸਾਧ ਸੰਗਤ ਤੋਂ ਬਿਨਾ, ਗੁਰੂ ਤੋਂ ਬਿਨਾ ਨਹੀਂ ਕੁਝ ਹੋਇਆ। ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 60 ਸਾਲ ਲਾਏ ਸਨ ਗੁਰੂ ਤੋਂ ਬਿਨਾ, ਨਹੀਂ ਸੀ ਕੁਝ ਹੋਇਆ, ਨਹੀਂ ਸੀ ਕੁਝ ਬਣਿਆ। ਫਿਰ ਆਏ ਸਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ, ਫਿਰ ਸਮਰਪਿਤ ਹੋ ਗਏ। 12 ਸਾਲ ਲੱਗ ਗਏ ਤੇ 12ਵੇਂ ਸਾਲ ਵਿੱਚ ਡਿੱਗੇ ਜਦੋਂ, ਮੈਂ ਸੰਖੇਪ ਵਿੱਚ ਕਹਾਂਗਾ, ਘੜਾ ਲੈ ਕੇ ਆ ਰਹੇ ਸਨ, ਡਿੱਗੇ, ਉੱਠ ਕੇ ਆ ਗਏ। ਗੁਰੂ ਅੰਗਦ ਦੇਵ ਜੀ ਨੇ ਵੇਖਿਆ ਤੇ ਉਹਨਾਂ ਨੂੰ ਪੁਰਖਾ ਕਿਹਾ ਕਰਦੇ ਸਨ ਪਿਆਰ ਨਾਲ। ਉਮਰ ਵੱਡੀ ਸੀ ਗੁਰੂ ਅਮਰਦਾਸ, ਸਤਿਕਾਰ ਕਰਦੇ ਸਨ। ਸਰੀਰ ਦੀ ਮਰਿਆਦਾ ਨੂੰ ਗੁਰੂ ਨੇ ਵੀ ਰੱਖਿਆ ਵੀ ਜਿਹੜਾ ਵੱਡਾ ਹੈ ਨਾ, ਭਾਵੇਂ ਉਹ ਚੇਲਾ ਵੀ ਹੋਵੇ ਆਪਣਾ, ਉਹਦਾ ਸਤਿਕਾਰ ਕਰਨਾ। ਤੇ ਗੁਰੂ ਅੰਗਦ ਦੇਵ ਜੀ ਨੇ ਵੇਖਿਆ ਵੀ ਘੜਾ ਚੁੱਕ ਕੇ ਆ ਰਹੇ ਨੇ ਅੱਜ, ਪਰ ਕੱਪੜੇ ਮਿੱਟੀ ਨਾਲ ਭਰੇ ਪਏ ਨੇ। ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਪੁਰਖਾ ਅੱਜ ਤੇਰੇ ਜਾਮੇ ਨੂੰ ਮਿੱਟੀ ਲੱਗੀ, ਕੀ ਗੱਲ? ਅੱਜ ਕਿਵੇਂ? ਇਸ ਤਰ੍ਹਾਂ ਕਦੀ ਤੇਰਾ ਚੋਲਾ ਭਰਿਆ ਨਹੀਂ ਹੁੰਦਾ। ਤੇ ਗੁਰੂ ਅਮਰਦਾਸ ਜੀ ਨੇ ਗੱਲ ਨੂੰ ਲੁਕੋ ਦਿੱਤਾ। ਕਹਿਣ ਲੱਗੇ, ਮਹਾਰਾਜ ਨਹੀਂ, ਵੈਸੇ ਹੀ ਲੱਗ ਗਏ। ਸਿੱਖ ਪ੍ਰਦਰਸ਼ਿਤ ਨਹੀਂ ਕਰਦਾ ਆਪਣੀ ਕੁਰਬਾਨੀ ਨੂੰ, ਵਿਖਾਉਂਦਾ ਨਹੀਂ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਅੰਤਰਜਾਮੀ ਨੇ ਜਾਣ ਲਿਆ ਵੀ ਡਿੱਗੇ ਨੇ। ਘੜਾ ਲਵਾ ਦਿੱਤਾ ਥੱਲੇ, ਸੇਵਕ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਸੋਹਣਾ ਵਸਤਰ ਲੈ ਕੇ ਆਓ, ਬਾਬੇ ਅਮਰਦਾਸ ਦਾ ਇਸ਼ਨਾਨ ਕਰਾਓ, ਸੋਹਣੇ ਵਸਤਰ ਪਵਾਓ। ਪਵਾਏ ਗਏ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਘੁੱਟ ਕੇ ਬਾਹੋਂ ਫੜ ਕੇ ਅੱਜ 12 ਸਾਲਾਂ ਬਾਅਦ ਪਹਿਲੀ ਵਾਰੀ ਗਲ ਨਾਲ ਲਾਇਆ। 12 ਸਾਲ ਪੁੱਛਿਆ ਨਹੀਂ ਕਿੱਥੇ ਰਹਿੰਦੇ। ਇਹ ਆਪਾਂ ਕਰਦੇ ਘੱਟ ਹਾਂ, ਆਪਾਂ ਚਾਹੁੰਦੇ ਬਹੁਤ ਜਲਦੀ ਹਾਂ।
12 साल पुछया नहीं भी पुरखा किथे रहना है, की करना है, की खाना है, तुरया फिर जिधर मर्जी। कई बारी आए तो मूँह भी परा कीता, इस तरह तुरदी गल है। कई बारी जवाब भी दे दिता, कई बारी खरबे भी होए, तां गल नाल लाया। गुरु अमरदास जी नूं नदरी नदर निहाल कर दिता। पर गुरु अमरदास जी ने एक गल कही सी, महाराज इन्ने साल ला दिते, इन्ने सालों बाद मेरी बांह फड़ी तुसी गले नाल लाया, पहला क्यों नहीं? गुरु अंगद देव जी कहते पहला भी हो सकता सी, मैं ला लेना सी पहला भी, शायद पहले दिन, फिर क्यों नहीं? कह लगे मैं उड़ीक रहा सा 12 दिन 12 सालों तो तू डिगदा ही नहीं सी पिया। मैं इस उड़ीक विच सां भी अमरदास किदन डिगेगा, क्योंकि मैं चुकदा ही उन्होंने जिहड़े डिग पैंदे, जिहड़े पहले खड़े ने उन्होंने की चुकना होया, वो तो कहते असीं डिगे ही नहीं। ਤਾਂ सिख विच भावें किन्ने गुण आ जाण, ਉਹਦੇ अंदर एक भावना रहनी चाहिए भी मेरे विच कोई कमी है, कोई गलती है। किसे इस तरह के जग्यासू नूं एक महापुरख ने पुछया सी, मैं आप सुनिया, कोई दुखी सी किसी कारण सरीरक तौर पर, किसी ने पुछया सी, क्योंकि वो आए सन साडा दुख दूर करो। उन्होंने एक पॉइंट, एक गल बड़ी महान की, शब्द सी, सवाल किया उस दुखी जीव नूं। वो सवाल सी, तुहाडे तो किते कोई गलती ते नहीं हुई, इन्ना दुख है? टंकोर मारी सी, टोया सी भी शायद अज ही कह देन भी बहुत होईयां ने, गलतियां बहुत होईयां ने, शायद अज ही कह देणगे, पर भाग नहीं सन। उन्हें पूछया कोई गलती तो नहीं हुई? कह लगे जी नहीं, कोई गलती नहीं जिंदगी विच कीती। कह लगे जाओ फिर सेवा करो, जे गलती नहीं की फिर इत्थे की है? गलती कहते कीती ही नहीं। इत्थे ते गुरु अर्जन देव जी भी कह रहे हैं भी मेरे तो भी गलती हो गई, गुरु नानक साहब भी कह रहे हैं, ते आपां कीतियां भी बहुत ने, ते फिर भी शब्द नहीं निकलता भी गलत बहुत होया है, बहुत गलत होया। तो आपां कहंदे की हां, ना तो शराब पीती, ना अंडा खाधा, ना मीट खाधा, गलती किहड़ी हो गई जी साडे तो? गुरु ग्रंथ साहब नूं पुछया नहीं, वो कहंदे सारा कुछ छड्ड दे, जे नाम नाल नहीं जुड़िया तो गलती कर रहा। सब तो वड्डी गलती तां ही है, छड्ड सारा कुछ दिता, शब्द नाल सुरती नहीं जोड़ी, अभ्यास ही नहीं किया, नाम नहीं जपिया, इदों वड्डी होर गलती किहड़ी कर रहा तू? जिन्हें पैदा किया है सवेरे 10 मिनट उन्होंने चेते ही नहीं किया। इस करके जिथे धर्म का निवास है उथे एक खिमा जन्म लेंदी, एक अंदर की भावना डूंगी हो जाती कि मैं ठीक नहीं कर रहा, क्या जाना क्या होएगा री माई, की पता तू प्रवान भी करेगा कि नहीं। बहुत कुछ किया, बड़ी सेवा सिमरन किया, चंगे काम कीते ने, कीता तो बड़ा कुछ है। अज तेरे सामने जाके फाइल रखनी है, पता नहीं तू टिक मार ठीक करनी है कि गलत। ये कंबदा है सिख दा अंदर, और एक कांबा ही गुरु नूं प्रवान हो जाता है। एक कांबा शिंगार है सिख दा कि उहदा अंदर डर तो कंबे, भय विच रवे। अज सवेरे दरबार साहब दा हुक्मनामा सी कि भय नाल तू अपने आप नूं भन के परत के नहीं कढ़िया, तोड़िया नहीं पहला अपने आप नूं, और गुरु नूं अपना आप दिता नहीं, क्योंकि गुरु ही पहला भनदा है, भन के घटदा फिर नवां, घड़िया जांदा ही तां बंदे नूं भनना पैंदा। पत्थर मूर्ति बनदा ही तां उहदे विचों चिपरां लाउणियां पैंदियां, छैणियां मार मार के, तां किते ओह गल शुरू हुंदी है। तां इस तरह विषय नूं आपां समेटिए कि गुरु अमरदास पातशाह जी कहंदे हर वासना समाणी, बहुत नाही बोलना, खन्यो तिखी वालों निकी, एत मार्ग जाना गुर प्रसादी।
जिन्हां ने गुरु दे चरनां दा आसरा लिया, जिन्नी आप तजिया, इन्ना कुछ करके फिर अपने आप नूं विचों कह दिता भी मैं कुछ नहीं कीता। जिन्नी आप तजिया फिर की होया, हर वासना समाणी। मैं विषय एक पिछे लिया सी, शायद तुहानूं चेते होवे, शुरू करन लगे। वो विषा सी कमल दा फुੱਲ बदबू नूं सुगंधी बनाउंदा। हर वासना समाणी। ਜਿਹੜੇ ਲੋਕ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਕਹਿੰਦੇ ਗੁਰੂ ਦੇ ਮਾਰਗ ਤੇ ਤੁਰਦੇ ਨੇ, ਉਹਨਾਂ ਦੇ ਸਰੀਰ ਦੀ ਜਿੰਨੀ ਵਾਸ਼ਨਾ ਹੈ, ਜਿੰਨੀ ਦੁਰਗੰਧੀ ਹੈ, ਸਮਾਣੀ ਦਾ ਅਰਥ ਹੈ ਸ਼ਬਦ ਵਿੱਚ ਸਮਾ ਜਾਂਦੀ ਏ, ਤੇ ਸ਼ਬਦ ਵਿੱਚ ਵਾਸ਼ਨਾ ਸਮਾ ਕੇ ਉਸ ਵਾਸ਼ਨਾ ਦਾ ਫਿਰ ਪਰਮਾਤਮਾ ਦਾ ਪ੍ਰੇਮ ਬਣ ਜਾਂਦਾ ਹੈ। ਵਾਸ਼ਨਾ ਦਾ ਹੀ ਪ੍ਰੇਮ ਬਣਦਾ ਹੈ। ਵਾਸ਼ਨਾ ਹੋਰ ਕੋਈ ਗਲਤੀ ਥੋੜੀ ਹੈ। ਮਨੁੱਖ ਵਿਕਾਰੀ ਕਿਉਂ ਹੈ, ਕ੍ਰੋਧੀ ਕਿਉਂ ਹੈ, ਹੰਕਾਰੀ ਕਿਉਂ ਹੈ? क्योंकि जिहड़ी शक्ति ने प्रेम बनना सी उहनूं राह नहीं मिलिया प्रेम दा। इधर बनना सी उहने की करदा, होर रब नूं ते प्रेम है नहीं, इधर आपां रोकी जाने आ। किवें होएगा इस तरह? दरिया दा पुल जिहड़ा सी, दरिया दा पुल जिहदे विचों दी पानी लंघ के अगे जाना सी ते दरिया ने चलना सी, उस पुल दे अगे अड़ गए मोड़े। तुसीं वेख्या होवेगा कई वारी, एक वारी होया सी। उस पुल दे अगे मलबा अड़ गया, झाड़ियां अड़ गईयां रुड़ के पानी दियां, ते पुल हो गया बंद। ते लोग कट्ठे हो के नहर दियां पटड़ियां उच्चियां करी जांदे ने, कहंदे टुट ना जाए किते। वो किसे क्या हो पटड़ियां ना उच्चियां करो, पुल खोलो, पानी अगे निकल जाएगा, आपे नहर बच जाएगी। नाम दी कमाई ते प्रेम तो बिना विकारां दा पानी बाईपास नहीं हुंदा, निकास नहीं हुंदा ओहदा। वो बनेगा कुछ ना कुछ, एवें ना रोकते रहना। भावें काम बन जाए, भावें क्रोध बन जाए, जो मर्जी बने। एवें कपड़े ही पाए होंदे ने ऊपर, थल्ले ते सारा कुछ ही हुंदा है। प्रेम तो है ही नहीं, अभ्यास ही कोई नहीं है। शब्द की साधना नहीं, किवें रोकोगे इसनूं? नहीं रुकदा। वड्डे वड्डे ऋषियां मुनियां दे कपड़े लथे ने, वड्डे वड्डे धर्मात्मावां दे लैंदे ने, जिन्ना चिर गुरु की कृपा नाल प्रेम ना होवे। इस करके गुरु अमरदास कहते हर वासना समाणी। जिहड़ा इस तरह करेगा ओदी वासना नाम विच समा जाएगी। हर वासना समाणी गुर प्रसादी, जिन्नी आप तजिया हर वासना समाणी। कहे नानक चाल भगतां जुगो जुग निराली। मद भार छंद, कलगियां वाले पातशाह कहते मद का अर्थ है विचकार, भार का अर्थ है भार तवजन। जिस बंदे की जीवन शैली का भार विचकार आ जाता है, अद्धा वजन संसार वाल, शरीर वास्ते संसार वास्ते भी जिउंदा, ते अद्धा वजन जिहड़ा वो निरंकार वाल, उहनूं कहंदे मद विच आ गया मनुख। इहनूं कहंदे ने गुरमुख परविरत निर्विरत पछाण है। गुरमुख नूं शब्द द्वारा सोझी आ जाती है बई उन्हें संसार दे विच परविरत किवें होना, बाजार विच किवें जाना, ते उहदे विचों फिर निकलना किवें। में बड़े गोते खारे फस गए, परत के मुड़े नहीं, उत्थे बैठे हुए ने विच। 12 वजे आउंदे रात नूं, हुण फिर बैठ गए जाके, फस गए उत्थे। कहंदे रोटी खाण दा वक्त नहीं। वो कहंदे रोटी खाण दा भी वक्त नहीं, इन्ना कम है। किसी सज्जन ने मैनूं कहा सी बहुत साल पहला, गल चली सी भी ये बाणी विच जो तुसीं कहंदे हो सकदा कथा विच कहंदे। मैं क्या हो सकदा, टाइम दिओगे होएगा, साल लगणगे, महीने लग सकते हैं। कहन लगे जी इन्ना समा किवें, साडे कोल ते वक्त रोटी खाण दा भी नहीं। ते मैं क्या सारा दिन काम काहदे लई करदे हो जे रोटी भी नहीं खाणी? ते फिर सज़ा मिली है तुहानूं कि कारोबार है? जां कोई सज़ा मिल गई, 20 साल की कैद हो गई दुकान विच, वो रोटी तो कैदियां नूं भी मिलती समय ते जां रोटी भी नहीं खानी, उहदा भी समा नहीं, ते काहदे वास्ते जिउं रहे हो? घट्टो घट्ट ये तो एक काम कर लो ध्यान नाल। पर इहदे वास्ते भी ठीक है, बिल्कुल उन्हें ठीक कहा सी। वैसे रोटी का भी समा नहीं, 2 तो मोबाइल पे ने कोलों, चली जाते नालों नाल, मूँह विच गराइयां ने, अद्धियां थल्ले डिग्गी जांदियां, नालों नाल गल्लां करी जांदा है। तो इस तरह की गुरु
ਪਾਤਸ਼ਾਹ ਜੀ ਕਹਿੰਦੇ ਨੇ ਬਿਨ ਨਾਵੇ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਜ਼ਿੰਦਗੀ ਦਾ ਕੋਈ ਇਸ ਤਰ੍ਹਾਂ ਦਾ ਬੈਲੈਂਸ ਨਹੀਂ। ਇਹਨਾਂ ਛੰਦਾਂ ਵਿੱਚ ਜਿਹੜੇ ਪੰਜ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਜ਼ਿੰਦਗੀ ਦਾ ਤਵੱਜਣ ਸਿੱਖਣ ਦੀ ਜੁਗਤ ਦੱਸੀ ਗਈ ਹੈ। ਮਦ ਭਾਰ ਛੰਦ ਤਵ ਪ੍ਰਸਾਦ, ਤੇਰੀ ਕਿਰਪਾ ਨਾਲ ਇਹ ਉਚਾਰੇ ਨੇ। ਕੀ ਉਪਦੇਸ਼ ਇਹਨਾਂ ਵਿੱਚ ਦਿੰਦੇ ਨੇ, ਕੱਲ ਨੂੰ ਆਪਾਂ ਵਿਚਾਰਾਂਗੇ।